ਵੀ ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਜਿਸ ਤਰ੍ਹਾਂ ਦੀ ਪਬਲਿਕ ਹੁੰਦੀ ਹੈ, ਜਿਸ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹਨਾਂ ਨੂੰ ਉਸੇ ਤਰ੍ਹਾਂ ਦੀ ਹਕੂਮਤ ਮਿਲ ਜਾਂਦੀ ਹੈ, ਉਸੇ ਤਰ੍ਹਾਂ ਦੇ ਹੁਕਮਰਾਨ ਮਿਲ ਜਾਂਦੇ ਨੇ। ਸੋ ਇਹ ਗੱਲ ਬਿਲਕੁਲ ਸਹੀ ਪ੍ਰਤੀਤ ਹੋ ਰਹੀ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਕਿ ਅਸੀਂ ਬਹੁਤੇ ਜ਼ਿਆਦਾ ਸਿੰਸੀਅਰ ਨਹੀਂ ਹੈਗੇ ਆਪਣੇ ਦੇਸ਼ ਨੂੰ ਲੈ ਕੇ, ਆਪਣੇ ਸੂਬੇ ਨੂੰ ਲੈ ਕੇ। ਬਹੁਤ ਘੱਟ ਲੋਕ ਨੇ ਜੋ ਸਾਡੇ ਵਿੱਚੋਂ ਸਿੰਸੀਅਰ ਨੇ। ਠੀਕ ਉਸੇ ਤਰ੍ਹਾਂ ਜੋ ਸਾਡੇ ਵਿਧਾਇਕ ਨੇ, ਚੁਣੇ ਹੋਏ ਨੇਤਾ ਨੇ, ਉਹਨਾਂ ਵਿੱਚ ਵੀ ਬਹੁਤ ਘੱਟ ਪਰਸੈਂਟੇਜ ਹੁੰਦੀ ਜਿਹੜੇ ਬਿਲਕੁਲ ਸਿੰਸੀਅਰ ਹੁੰਦੇ ਨੇ ਆਪਣੇ ਕੰਮ ਨੂੰ ਲੈ ਕੇ। ਨਹੀਂ ਤਾਂ ਬਹੁਤੇ ਤਾਂ ਅਸੀਂ ਦੇਖਦੇ ਹਾਂ ਘਪਲਿਆਂ ਦੇ ਵਿੱਚ ਹੀ ਲੱਗੇ ਰਹਿੰਦੇ ਨੇ, ਕਿੱਥੋਂ ਆਪਣੀਆਂ ਪ੍ਰਾਈਵੇਟ ਜਾਇਦਾਦਾਂ ਬਣਾਈਆਂ ਜਾਣ ਅਤੇ ਕਿੱਦਾਂ ਉਹਨਾਂ ਲੋਕਾਂ ਨੂੰ ਫਾਇਦਾ ਦਿੱਤਾ ਜਾਵੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਇਸ ਅਹੁਦੇ 'ਤੇ ਪਹੁੰਚਣ ਦੇ ਵਿੱਚ ਅਤੇ ਇਲੈਕਸ਼ਨ ਜਿੱਤਣ ਦੇ ਵਿੱਚ ਸਹਾਇਤਾ ਦਿੱਤੀ ਹੈ। ਸੋ ਇਹ ਸਾਰਾ ਅਸੀਂ ਮਿਲਗੋਬਾ ਦੇਖਦੇ ਹਾਂ, ਇਹ ਮਿਕਸਚਰ ਦੇਖਦੇ ਹਾਂ ਅਸੀਂ ਹਰ ਥਾਂ ਦੇ ਉੱਤੇ ਹੁੰਦਾ ਪਿਆ, ਪੰਜਾਬ ਦੇ ਵਿੱਚ ਵੀ, ਪੂਰੇ ਭਾਰਤ ਦੇ ਵਿੱਚ ਵੀ। ਸੋ ਅਸੀਂ ਅਕਸਰ ਇਸ ਰਾਜਨੀਤੀ ਨੂੰ ਡਿਸਕਸ ਕਰਦੇ ਰਹਿੰਦੇ ਹਾਂ ਕਿ ਇਹ ਰਾਜਨੀਤੀ ਤੇ ਨਹੀਂ ਹੈ, ਇਹ ਤੇ ਆਪਣੇ ਲਾਲਚ ਦੀ ਨੀਤੀ ਹੈ, ਇਹ ਤੇ ਆਪਣੇ ਲਾਲਚ ਦਾ ਤੰਤਰ ਹੈ, ਲੋਕਤੰਤਰ ਨਹੀਂ ਹੈ। ਤੋ ਇਸ ਸਾਰੇ ਮਾਹੌਲ ਦੇ ਅੰਦਰ ਜੋ ਜਨਤਾ ਹੈ ਫਿਰ ਵੀ ਆਪਣੇ ਦਿਲਾਂ ਦੇ ਵਿੱਚ ਆਸ ਲੈ ਕੇ ਬੈਠੀ ਹੈ, ਉਮੀਦਾਂ ਜਗਾ ਕੇ ਬੈਠੀ ਹੈ ਕਿ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਮੌਜੂਦ ਹੈ, ਜਿਨ੍ਹਾਂ ਨੂੰ ਚੁਣ ਕੇ ਉਹਨਾਂ ਨੇ ਸੱਤਾ ਦੇ ਵਿੱਚ ਬਿਠਾਇਆ, ਉਹ ਉਹਨਾਂ ਦੇ ਸਾਰੇ ਸੁਪਨੇ ਸੱਚ ਕਰੇਗੀ, ਉਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ, ਉਹਨਾਂ ਨੂੰ ਉਹ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਏਗੀ, ਜਿਸ ਨੂੰ ਸਾਹਮਣੇ ਰੱਖ ਕੇ ਔਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਗਈਆਂ ਉਹ ਉਹਨਾਂ ਉਮੀਦਾਂ 'ਤੇ ਖਰੇ ਉਤਰਨਗੇ। ਹੁਣ ਇਹ ਕਿੰਨੇ ਕੁ ਖਰੇ ਉਤਰਦੇ ਨੇ, ਜੋ ਭਾਰਤ ਦਾ ਇਤਿਹਾਸ ਹੈ 75 ਸਾਲ ਦਾ ਸਾਡੇ ਸਾਹਮਣੇ ਹੈ, ਉਹ ਕੀ ਕਹਿੰਦਾ ਹੈ ਅਤੇ ਅੱਜ ਦਾ ਵਕਤ ਕੀ ਕਹਿੰਦਾ ਅਤੇ ਆਉਣ ਵਾਲਾ ਦੌਰ ਕਿਹੋ ਜਿਹਾ ਹੋਏਗਾ, ਉਸ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਸਤੀਸ਼ ਖੋਸਲਾ ਜੀ, ਪੋਲੀਟੀਕਲ ਐਨਾਲਿਸਟ। ਬਹੁਤ ਬਹੁਤ ਸਵਾਗਤ, ਵੈਲਕਮ ਟੂ ਦਾ ਸ਼ੋ ਪੰਜਾਬ ਚਰਚਾ ਸਤੀਸ਼ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਮੈਂ ਇਹ ਜਾਣਨਾ ਚਾਹੁੰਦਾ ਖੋਸਲਾ ਸਾਹਿਬ ਤੁਹਾਡੇ ਕੋਲੋਂ ਕਿ ਵਾਕਈ ਜਨਤਾ ਨੂੰ ਕੋਈ ਉਮੀਦ ਰੱਖਣੀ ਚਾਹੀਦੀ ਹੈ, ਕਿਉਂਕਿ ਪਿਛਲੇ 75 ਸਾਲਾਂ ਦਾ ਜੋ ਇਤਿਹਾਸ ਹੈ ਭਾਰਤ ਦੀ ਆਜ਼ਾਦੀ ਦਾ, ਠੀਕ ਹੈ ਬਹੁਤ ਕੰਮ ਹੋਇਆ, ਠੀਕ ਹੈ ਬਹੁਤ ਤਰੱਕੀ ਕੀਤੀ, ਅਸੀਂ ਦੇਸ਼ ਦੇ ਸਾਰੇ ਨਾਗਰਿਕਾਂ ਨੇ ਇਸ ਚੀਜ਼ ਦੇ ਉੱਤੇ ਮਾਣ ਕੀਤਾ ਹੈ ਕਿ ਦੁਨੀਆ ਦੇ ਵਿੱਚ ਸਾਡੇ ਭਾਰਤ ਦਾ ਨਾਮ ਚਮਕਦਾ ਹੈ, ਸਾਡੀ ਵਿਜ਼ਡਮ ਦਾ, ਸਾਡੀ ਨੌਲੇਜ ਦਾ ਨਾਮ ਚਮਕਦਾ ਹੈ। G20 ਸੰਮੇਲਨ ਜੋ ਹੁਣੇ ਖਤਮ ਹੋਇਆ ਉਹਦੇ ਵਿੱਚ ਏਸ਼ੀਅਨ ਵਿਜ਼ਡਮ ਨੂੰ ਖਾਸ ਤੌਰ 'ਤੇ ਤਰਜੀਹ ਦਿੱਤੀ ਗਈ ਅਤੇ ਹੁਣ G20 ਦਾ ਅਸੀਂ ਹੋਸਟ ਵੀ ਕਰਨ ਜਾ ਰਹੇ ਹਾਂ, ਅਸੀਂ ਸਵਾਗਤ ਵੀ ਕਰਨ ਜਾ ਰਹੇ ਹਾਂ ਆਪਣੇ ਭਾਰਤ ਦੇ ਵਿੱਚ। ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਨੇ। ਸੋ ਇਸ ਸਾਰੀ ਲਾਈਟ ਦੇ ਵਿੱਚ, ਇਸ ਸਾਰੇ ਚਾਨਣ ਦੇ ਵਿੱਚ, ਇਸ ਸਾਰੀ ਗਤੀਵਿਧੀ ਦੇ ਵਿੱਚ ਕੀ ਦੇਖਦੇ ਹਾਂ ਅਸੀਂ ਕਿ ਜਨਤਾ ਨੂੰ ਕਿੰਨੀ ਕੁ ਉਮੀਦ ਕਰਨੀ ਚਾਹੀਦੀ ਹੈ ਆਪਣੀਆਂ ਮੌਜੂਦਾ ਸਰਕਾਰਾਂ ਤੋਂ? ਖੰਨਾ ਸਾਹਿਬ, ਜਦੋਂ ਅਸੀਂ ਚੁਣਦੇ ਹਾਂ ਨਾ ਸਰਕਾਰ, ਉਦੋਂ ਲੋਕਾਂ ਨੂੰ ਬਹੁਤ ਆਸ਼ਾਵਾਂ ਹੁੰਦੀਆਂ ਵੀ ਨਵੀਂ ਸਰਕਾਰ ਆਊਗੀ ਤੇ ਨਵੇਂ ਕੋਈ ਨਾ ਕੋਈ ਸਾਡੇ ਪ੍ਰੋਜੈਕਟਸ ਲੱਗਣਗੇ, ਕੋਈ ਰਿਲੀਫ ਲੱਗੂਗੀ, ਕੋਈ ਇੰਪਲਾਇਮੈਂਟ ਦੇ ਵਿੱਚ ਅਪਰਚੁਨਿਟੀ ਮਿਲ ਗਈਆਂ, ਕੋਈ ਯੂਥ ਨੂੰ ਮਿਲਣਗੀਆਂ। ਪਰ ਜੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, 75 ਸਾਲਾਂ ਦਾ ਇਤਿਹਾਸ ਸਾਡਾ ਇਹੀ ਕੁਝ ਦੱਸਦਾ ਆ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਡਿਵੈਲਪਮੈਂਟ ਤਾਂ ਹੋਈ ਆ, ਇਹ 'ਚ ਤਾਂ ਦੋ ਰਾਵਾਂ ਨਹੀਂ ਹੈਗੀਆਂ। ਡਿਵੈਲਪਮੈਂਟ ਹੋਈ ਆ, ਬੜੇ ਪ੍ਰੋਜੈਕਟ ਲੱਗੇ, ਬੜੇ ਐਜੂਕੇਸ਼ਨ ਇੰਸਟੀਟਿਊਸ਼ਨਸ ਬਣੇ ਆ, ਬਹੁਤ ਸਾਰੀਆਂ ਫੈਕਟਰੀਜ਼ ਲੱਗੀਆਂ, ਡਿਵੈਲਪਮੈਂਟ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਉਹ ਡਿਵੈਲਪਮੈਂਟ ਲਿਮਟਿਡ ਹੱਥਾਂ ਦੇ ਵਿੱਚ ਆ, ਉਹ ਪਬਲਿਕ ਦੇ ਵਿੱਚ ਨਹੀਂ ਆਈ ਹੈਗੀ। ਡਿਵੈਲਪਮੈਂਟ ਜਿਹੜੀ ਆ, ਇਸੇ ਤਰ੍ਹਾਂ ਹੀ ਲੋਕ ਚਾਹੁੰਦੇ ਆ ਵੀ ਜਿਹੜੀ ਪਬਲਿਕ ਦੇ ਵਿੱਚ ਆਵੇ, ਜੋ ਲੋਕਾਂ ਨੂੰ ਪਬਲਿਕ ਦੇ ਵਿੱਚੋਂ ਰਿਲੀਫ ਮਿਲੇ, ਐਕਚੁਅਲੀ ਰਿਲੀਫ ਮਿਲੇ। ਮੈਨੂੰ ਇੱਕ ਯਾਦ ਆ ਗਈ ਗੱਲ, ਇੱਕ ਮੈਂ ਤੁਹਾਨੂੰ ਸ਼ੇਅਰ ਕਰਨਾ ਪੁਰਾਣੀ ਗੱਲ, ਕਿਉਂਕਿ ਅਸੀਂ ਪੁਰਾਣੇ ਬੰਦੇ ਹਾਂ, ਪੁਰਾਣੀਆਂ ਕੁਛ ਨਾ ਕੁਛ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਰਹਿੰਦੀਆਂ ਆ। 1975 ਦੇ ਵਿੱਚ ਐਮਰਜੈਂਸੀ ਲੱਗੀ, 1977 ਦੇ ਵਿੱਚ ਦੁਬਾਰਾ ਇਲੈਕਸ਼ਨਾਂ ਹੋਈਆਂ। ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਨਤਾ ਪਾਰਟੀ ਨੂੰ ਦਿੱਤੀ। ਜਨਤਾ ਪਾਰਟੀ ਸਰਕਾਰ ਆ ਗਈ ਆ। ਉਹਨਾਂ ਨੇ ਆਉਂਦਿਆਂ ਨਹੀਂ, ਇੱਕ ਉਸ ਵੇਲੇ ਵੀ ਲੋਕ ਬੜੇ ਮਹਿੰਗਾਈ ਤੋਂ ਤੰਗ ਸੀਗੇ, ਬੇਸ਼ੁਮਾਰ ਤੰਗ ਸੀਗੇ, ਬੇਰੁਜ਼ਗਾਰੀ ਤੋਂ ਤੰਗ ਸੀਗੇ। ਉਸ ਵੇਲੇ ਵੀ ਇਹੀ ਕੁਝ ਸੀਗਾ। ਉਸ ਸਰਕਾਰ ਨੇ ਪਹਿਲੀ ਸੱਟ ਦੇ ਵਿੱਚ ਹੀ ਉਹ ਸ਼ੂਗਰ ਜਿਹੜੀ 8 ਰੁਪਏ ਕਿਲੋ ਸੀਗੀ, ਉਹ 2 ਰੁਪਏ ਕਿਲੋ ਕਰ ਦਿੱਤੀ। ਉਹ ਮੈਂ ਇਹ ਗੱਲ ਇੱਕ ਐਗਜ਼ਾਮਪਲ ਦੇ ਤੌਰ ਤੇ ਦੇ ਰਿਹਾ ਸੀਗਾ ਵੀ ਉਸ ਵੇਲੇ ਜਿਹੜੀ ਡਿਸਰਨੀਬਲ ਚੇਂਜ ਸੀਗੀ ਉਹ ਆਈ ਸੀਗੀ ਤੇ ਉਸ ਵੇਲੇ ਲੋਕਾਂ ਨੇ ਰਿਲੀਫ ਮਹਿਸੂਸ ਕੀਤੀ ਸੀ। ਕੋਈ ਜਿਹੜੀ 8 ਰੁਪਏ ਕਿਲੋ ਦੀ ਚੀਨੀ ਸੀਗੀ ਉਹ 2 ਰੁਪਏ, ਆਫਟਰ ਆਲ ਇਹਨੂੰ ਮੈਨੂਪੂਲੇਟ ਤਾਂ ਕੋਈ ਕਰ ਰਿਹਾ ਸੀਗਾ। ਇਸੇ ਤਰ੍ਹਾਂ ਹੀ ਹੁਣ ਜਿਹੜੀ ਸਥਿਤੀ ਹੈਗੀ ਆ, ਹੁਣ ਲੋਕ
ਚਾਹੁੰਦੇ ਤਾਂ ਹੈਗੇ ਆ ਲੋਕ ਵੀ ਕੁਛ ਨਾ ਕੁਛ ਰਿਲੀਫ ਮਿਲੇ, ਪਰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ, ਚਾਹੇ ਕਿਸੇ ਸਰਕਾਰ ਦੀ ਹੋਵੇ, ਸੈਂਟਰਲ ਦੀ ਹੋਵੇ, ਸਟੇਟ ਦੀ ਹੋਵੇ, ਕਿਸੇ ਵੀ ਪੰਜਾਬ ਦੀ ਹੋਵੇ, ਹਰਿਆਣੇ ਦੀ ਹੋਵੇ, ਕੋਈ ਰਿਲੀਫ ਲੋਕਾਂ ਨੂੰ ਨਹੀਂ ਮਿਲ ਰਿਹਾ। ਲੋਕ ਚਾਹੁੰਦੇ, ਅਜੇ ਵੀ ਲੋਕ ਪਹਿਲਾਂ ਵੀ ਚਾਹੁੰਦੇ ਸੀਗੇ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਵੀ ਸਾਡੀ ਬਾਹ ਫੜਨ ਵਾਲਾ ਕੋਈ ਆਦਮੀ ਆਵੇ। ਇਹਨਾਂ ਨੇ ਬਾਹ ਫੜੀ, ਵਾਕਈ ਫੜੀ ਆ। ਲੋਕਾਂ ਨੇ ਬੜੀ ਭਾਰੀ ਗਿਣਤੀ ਦੇ ਵਿੱਚ 92 ਸੀਟਾਂ ਲਿਆ ਕੇ ਦਿੱਤੀਆਂ 117 ਵਿੱਚੋਂ। ਬਹੁਤ ਇੱਕ ਸਮਝ ਲਓ ਮਾਰਵਲਸ ਜਿੱਤ ਸੀਗੀ। ਲੋਕਾਂ ਨੇ ਬੜੀ ਤਸੱਲੀ ਦੇ ਨਾਲ ਐਨ ਵੋਟਾਂ ਨੇ ਵੋਟ ਪਾਇਆ, ਕਿਉਂਕਿ ਲੋਕ ਪਹਿਲਾਂ ਬੀਜੇਪੀ, ਕਾਂਗਰਸ ਜਾਂ ਅਕਾਲੀ ਇਹਨਾਂ ਤੋਂ ਤੰਗ ਸੀਗੇ। ਉਹਨਾਂ ਨੇ ਨਵੀਂ ਚੀਜ਼ ਦੇਖੀ, ਨਵਾਂ ਤਜਰਬਾ ਸੀਗਾ, ਨਵੀਂ ਪਾਰਟੀ ਆਈ ਸੀਗੀ, ਲੋਕਾਂ ਨੇ ਖੂਬ ਵੋਟ ਦਿੱਤੇ ਆ। ਤੇ ਇਹਦੇ ਵਿੱਚ ਪਰ ਜਿੱਥੋਂ ਤੱਕ ਫੇਰ ਵੀ ਪੰਜਾਬ ਦਾ ਜੇ ਅਸੀਂ ਹੁਣ ਦਾ ਤਾਣਾ ਬਾਣਾ ਦੇਖੀਏ ਤਾਂ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਵੀ ਪੰਜਾਬ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਣੀ, ਜਿੰਨਾ ਲੋਕਾਂ ਦੀਆਂ ਐਸਪਾਇਰੇਸ਼ਨ, ਜਿਸ ਐਸਪਾਇਰੇਸ਼ਨਸ ਦੇ ਨਾਲ ਲੋਕਾਂ ਨੇ ਵੋਟਿੰਗ ਕੀਤੀ ਆ, ਉਹ ਨਹੀਂ ਸਿਰੇ ਲੱਗ ਰਹੀਆਂ। ਸੋ ਇਹ ਆਪਣੇ ਸਾਹਮਣੇ ਪਿਕਚਰ ਹੈਗੀ ਆ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਡਿਵੈਲਪਮੈਂਟ ਵੀ, ਡਿਵੈਲਪਮੈਂਟ ਤਾਂ ਹੈ, ਇਸ ਦਾ ਕੋਈ ਸ਼ੱਕ ਨਹੀਂ ਹੈਗੀ। ਡਿਵੈਲਪਮੈਂਟ ਦੀ ਹੈਗੀ ਆ, ਪੰਜਾਬ ਦੀ ਵੀ ਹੈਗੀ ਆ। ਸੋ ਉਹ ਜਿਹੜੀ ਲੋਕਾਂ ਦੀ ਆਸ਼ਾ ਸੀਗੀ ਉਹਦੇ ਤੋਂ ਸਰਕਾਰ ਅਜੇ, ਭਾਵੇਂ ਪੀਰੀਅਡ ਥੋੜਾ ਹੋਇਆ, 7-8 ਮਹੀਨੇ ਦਾ ਪੀਰੀਅਡ ਹੈਗਾ, ਥੋੜਾ ਹੋਇਆ, ਪਰ ਫਿਰ ਵੀ ਕੋਈ ਮਾਰਵਲਸ ਚੀਜ਼ ਨਹੀਂ ਹੋਈ ਜਿਹੜੀ ਕਹਿ ਸਕਦੇ ਆ। ਜਿਹੜੀ ਮੈਂ ਇੱਕ ਐਗਜ਼ਾਮਪਲ ਪਹਿਲਾਂ ਦਿੱਤੀ ਆ ਵੀ 8 ਰੁਪਏ ਤੋਂ 2 ਰੁਪਏ ਜਿੰਨੀ ਹੋ ਗਈ ਸੀ, ਇਹੋ ਜਿਹੀ ਕੋਈ ਮਾਰਵਲ ਐਗਜ਼ਾਮਪਲ ਨਹੀਂ ਹੋਈ। ਜੀ ਖੋਸਲਾ ਸਾਹਿਬ, ਦੇਖੋ ਗੱਲ ਇਹ ਹੈ ਕਿ ਜਿਹੜੀ ਤਰੱਕੀ ਹੋਈ, ਕਈ ਵਾਰ ਇਹ ਲੱਗਦਾ ਹੈ ਕਿ ਜਿਹੜੇ ਉਹ ਇਲੀਟ ਪੋਲਿਟਿਕਸ ਖੇਡਣ ਵਾਲੇ ਨੇ, ਉੱਪਰ ਬੈਠੀ ਜਿਹੜੀ ਅਮੀਰ ਕਲਾਸ ਹੈ, ਜਿਹੜੀ ਪੋਲਿਟਿਕਸ ਦੇ ਉੱਤੇ ਆਪਣਾ ਪੂਰਾ ਕਬਜ਼ਾ, ਪੂਰਾ ਹੋਲਡ ਰੱਖਦੀ ਹੈ, ਇਹ ਤਰੱਕੀ ਉਹਨਾਂ ਨੇ ਆਪਣੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਹੈ। ਉਹਦੇ 'ਚ ਆਮ ਜਨਤਾ ਦੀਆਂ ਸਹੂਲਤਾਂ ਨੂੰ ਸ਼ਾਇਦ ਉਨੀ ਤਰਜੀਹ ਨਹੀਂ ਦਿੱਤੀ ਗਈ। ਸਿਰਫ ਉਨੀ ਤਰਜੀਹ ਦਿੱਤੀ ਗਈ ਹੈ ਆਮ ਜਨਤਾ ਦੀਆਂ ਸਹੂਲਤਾਂ ਨੂੰ, ਕਿ ਆਮ ਜਨਤਾ ਇਸ ਭਰੋਸੇ ਨਾਲ ਸਾਨੂੰ ਅੱਗੇ ਵੋਟ ਦਿੰਦੀ ਰਹੇ, ਅੱਗੇ ਸਾਨੂੰ ਸੱਤਾ 'ਚ ਲਿਆਉਂਦੀ ਰਹੇ ਕਿ ਅਸੀਂ ਇਹਨਾਂ ਦਾ ਖਿਆਲ ਰੱਖਣਾ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਕਿ ਆਈ ਅੱਖ ਦੇ ਵਿੱਚ ਦਾਰੂ ਪਾ ਦੇਣਾ। ਤੇ ਬਾਕੀ ਸਾਰੀਆਂ ਸਹੂਲਤਾਂ, ਸਾਰੀ ਤਰੱਕੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ, ਆਪਣੇ ਲਾਈਫ ਸਟਾਈਲ ਨੂੰ ਧਿਆਨ 'ਚ ਰੱਖਦੇ ਹੋਏ ਕੀਤੀ ਹੈ। ਵੱਡੇ ਵੱਡੇ ਏਅਰਪੋਰਟ, ਵੱਡੇ ਵੱਡੇ ਬ੍ਰਿਜਿਸ, ਵੱਡੇ ਵੱਡੇ ਜਿਹਨੂੰ ਆਪਾਂ ਕਹਿੰਦੇ ਹਾਂ ਸ਼ਾਪਿੰਗ ਮਾਲਸ ਐਂਡ ਵੱਡੀਆਂ ਵੱਡੀਆਂ ਰੋਡਸ, ਆਮ ਲੋਕ ਇਹਦੀ ਵਰਤੋਂ ਨਹੀਂ ਕਰਦੇ। ਸਵਾਲ ਇਹ ਆ ਖੱਡਾ ਸਾਹਿਬ ਵੀ ਇਹ ਲੋਕ ਮੈਜੋਰਿਟੀ ਕੌਣ ਆ? ਮੈਜੋਰਿਟੀ ਤਾਂ ਅਸੀਂ ਲੋਕ ਆ ਜਿਹੜੇ ਰੈਗੂਲਰਲੀ ਮਾਲ ਦੇ ਵਿੱਚ ਨਹੀਂ ਜਾ ਸਕਦੇ, ਜਿਹੜੀ ਤੁਸੀਂ ਗੱਲ ਕੀਤੀ ਆ। ਅਸੀਂ ਏਅਰਪੋਰਟ ਤੇ ਏਅਰ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਹੈਗੇ। ਉਹ ਲੋਕ ਆ ਜਿਹੜੇ ਬਣਾਉਂਦੇ ਆ। ਇਹ ਏਅਰਪੋਰਟ ਵੀ ਬੜੇ ਬੜੇ ਬਣ ਰਹੇ ਆ, ਹਵਾਈ ਜਹਾਜ਼ ਵੀ ਬੜੇ ਬੜੇ ਚੱਲ ਰਹੇ ਆ, ਮਾਲਸ ਵੀ ਬੜੇ ਬੜੀਆਂ ਖੁੱਲ ਰਹੀਆਂ, ਬੜੇ ਬੜੇ ਸਰਮਾਏਦਾਰ ਪੈਸਾ ਵੀ ਲਾ ਰਹੇ ਆ। ਉਹ ਆਪਣੇ ਪ੍ਰੋਫਿਟ ਲਈ ਲਾ ਰਹੇ ਆ। ਨਾਲ ਦੀ ਨਾਲ ਕੱਲਾ ਇਹੀ ਨਹੀਂ ਹੈਗਾ ਕਿ ਉਹ ਆਪਣੇ ਪ੍ਰੋਫਿਟ ਲਈ ਲਾ ਰਹੇ ਆ, ਉਹ ਸਾਨੂੰ ਸਰਵਾਈਵਲ ਸਟੇਜ ਤੇ ਰੱਖਣਾ ਚਾਹੁੰਦੇ ਆ। ਨਾ ਸਾਨੂੰ ਮਰਨ ਦੇਣਾ, ਨਾ ਜੀਣ ਦੇਣਾ ਆ, ਕਿਸੇ ਪਾਸੇ ਵੀ ਨਹੀਂ ਰੱਖਣਾ ਹੈਗਾ। ਸੋ ਜਿਹੜੀ ਪਾਲਿਸੀ ਬਣਾਉਂਦੇ ਆ, ਉਹ ਪਾਲਿਸੀ ਬਣਾਉਂਦੇ ਆਪਣੇ ਲਈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੋਟੇ ਤੌਰ ਤੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ, ਤੁਸੀਂ ਵੀ ਕਈ ਵਾਰੀ ਸ਼ੋਅ ਕੀਤੇ ਹੋਣਗੇ, ਜਿਹੜੇ ਐਗਰੀਕਲਚਰ ਦੇ 3 ਬਿੱਲ ਆਏ ਸੀਗੇ, ਉਹ ਉਹਨਾਂ ਲੋਕਾਂ ਨੇ ਲਿਆਂਦੇ ਸੀਗੇ, ਉਹਨਾਂ ਨੇ ਬਣਾਏ, ਉਹਨਾਂ ਨੇ ਲਿਆਂਦੇ। 1 ਸਾਲ ਐਜੀਟੇਸ਼ਨ ਹੋਈ, ਉਹਦੇ ਬਾਅਦ ਬਦਲ ਗਏ ਆ। ਕਿਸੇ ਨੂੰ ਕੋਈ ਫਾਇਦਾ ਨਹੀਂ, ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹੀ ਲਿਆਏ, ਉਹੀ ਲੈ ਗਏ। ਮਤਲਬ ਇਹ ਹੈਗਾ, ਯਾਨੀ ਸਾਡੇ ਫੈਡਰਲ ਸਟਰਕਚਰ ਤੇ ਵੀ ਇੱਕ ਉਹਨਾਂ ਨੇ ਹਮਲਾ ਕਰ ਦਿੱਤਾ ਸੀਗਾ, ਜਿਹੜਾ ਚਲੋ ਉਸ ਵੇਲੇ ਹੁਣ ਸਾਲ ਭਰ ਦੇ ਵਿੱਚ 750 ਬੰਦਾ ਮਰ ਗਿਆ ਤਕਰੀਬਨ। ਉਹਨਾਂ ਨੂੰ ਕੋਈ ਇਸ ਚੀਜ਼ ਦਾ ਫਰਕ ਨਹੀਂ ਹੈ, ਸਰਕਾਰਾਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ, ਕੌਣ ਮਰ ਗਿਆ, ਕੌਣ ਚਲੇ ਗਿਆ। ਉਹ ਇਸ਼ੂ ਵੀ ਐਜ਼ ਇਟ ਇਜ਼ ਰਹਿ ਗਏ ਆ। ਉਹ ਬਿੱਲ ਦੇ ਵਾਪਸ ਹੋ ਗਏ, ਇਸ਼ੂ ਵੀ ਐਜ਼ ਇਟ ਇਜ਼ ਰਹਿ ਗਏ ਆ। ਉਹ ਇਹੋ ਜਿਹੀਆਂ ਪਾਲਿਸੀਆਂ ਜਿਹੜੀਆਂ ਸਾਰੀ ਇਕੱਲੇ, ਚਾਹੇ ਉਹ ਐਗਰੀਕਲਚਰ ਦਾ ਸੀਗਾ, ਚਾਹੇ ਇੰਡਸਟਰੀ ਦਾ ਵੀ ਕੋਈ ਹੋਵੇ, ਜਾਂ ਕਿਸੇ ਹੋਰ ਜਿਹੜੀ ਆਪਾਂ ਵੱਡੀਆਂ ਗੱਲਾਂ ਕੀਤੀਆਂ, ਉਹ ਵੀ ਇਹੀ ਚੀਜ਼ ਆ। ਬੜੀ ਬੜੀਆਂ ਗੱਲਾਂ ਹੁੰਦੀਆਂ ਆ ਤੇ ਬੜੇ ਬੜੇ ਆਦਮੀ ਬੜੇ ਬੜੇ ਸਰਮਾਏਦਾਰ ਗੱਲਾਂ ਕਰਦੇ ਆ। ਦੇਖੋ, ਇੱਕ ਸਿੱਧੀ ਜਿਹੀ ਪੱਧਰੀ ਗੱਲ ਹੈ। ਹੁਣ ਤਾਂ ਇੱਕ ਦੀਵਾਰ ਤੇ ਲਿਖੀ ਹੋਈ ਚੀਜ਼ ਅੰਨੇ ਵੀ ਪੜ੍ਹ ਸਕਦੇ ਇਸ ਚੀਜ਼ ਨੂੰ, ਕਿ ਸਰਮਾਏਦਾਰ ਲੋਕ ਇਹ ਸਰਕਾਰਾਂ ਚਲਾਉਂਦੇ ਆ ਔਰ ਸਰਕਾਰਾਂ ਉਹਨਾਂ ਨੂੰ ਫਾਇਦਾ ਦਿੰਦੀਆਂ ਆ। ਜਿਹੜਾ ਅਸੀਂ ਤੁਸੀਂ ਲੋਕ ਆ, ਅਸੀਂ ਠੀਕ ਆ, ਗੱਲਾਂ ਬਾਤਾਂ ਕਰਦੇ ਆ, ਸਾਡੀ ਗੱਲ ਕਿਤੇ ਚਲੀ ਜਾਂਦੀ ਆ, ਕਿਤੇ ਨਹੀਂ ਚਲੇ ਜਾਂਦੀ ਆ, ਤੇ ਫਾਇਦਾ ਇਹ ਆਮ ਲੋਕਾਂ ਨੂੰ ਨਹੀਂ ਕਿਸੇ ਸ਼ੇਪ ਦੇ ਵਿੱਚ ਹੋ ਰਿਹਾ। ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਚੁਣੀ ਜਾਂਦੀ ਹੈ, ਇਹ ਮੈਜੋਰਿਟੀ ਦੀ ਸਰਕਾਰ ਹੁੰਦੀ ਹੈ। ਜੋ ਮੈਜੋਰਿਟੀ ਲੈ ਜਾਵੇ ਆਪਣੀਆਂ ਇਲੈਕਸ਼ਨਸ ਦੇ ਵਿੱਚ, ਵੋਟਿੰਗਸ ਦੇ ਵਿੱਚ, ਉਹ ਸਰਕਾਰ ਬਣਾਉਂਦੀ ਹੈ। ਪਰ ਜੇ ਇਹਦਾ
ਇੱਕ ਵਿਪਰੀਤ ਦਿਸ਼ਾ ਦੇ ਵਿੱਚ ਸੋਚ ਕੇ ਇਹਦਾ ਦੂਸਰਾ ਪਾਸਾ ਦੇਖੋ ਤੇ ਇਹ ਮੈਜੋਰਿਟੀ ਦੀ ਨਹੀਂ ਬਲਕਿ ਮਾਈਨੋਰਿਟੀ ਦੀ ਗਵਰਨਮੈਂਟ ਹੁੰਦੀ ਹੈ, ਕਿਉਂਕਿ ਮਾਈਨੋਰਿਟੀ ਦੇ ਵਿੱਚ ਲੋਕੀ ਹਮੇਸ਼ਾ ਸਦਨ ਵਿੱਚ ਪਾਰਲੀਮੈਂਟ 'ਚ ਬੈਠੇ ਹੁੰਦੇ ਨੇ, ਮੈਜੋਰਿਟੀ ਤੇ ਹਮੇਸ਼ਾ ਜਨਤਾ ਹੁੰਦੀ ਹੈ, ਜਨਤਾ ਬਹੁਤ ਜ਼ਿਆਦਾ ਹੈ ਤੇ ਜਨਤਾ ਦਾ ਰੂਲ ਹੈ ਤੇ ਇਹ ਮਾਈਨੋਰਿਟੀ ਵਾਲੇ ਮੈਜੋਰਿਟੀ ਦੇ ਉੱਤੇ ਰੂਲ ਚਲਾਉਂਦੇ ਨੇ। ਇਹ ਮਾਈਨੋਰਿਟੀ ਵਾਲੇ ਆਪਣੀਆਂ ਚਮਦੀਆਂ ਚਲਾਉਂਦੇ ਨੇ ਔਰ ਜਨਤਾ ਨੂੰ ਮਜਬੂਰੀ ਵਸ਼ ਉਹ ਗੱਲਾਂ ਸਿਆਣੀਆਂ ਵੀ ਪੈਂਦੀਆਂ ਨੇ, ਉਹ ਕਰਨੀਆਂ ਵੀ ਪੈਂਦੀਆਂ ਨੇ। ਸੋ ਕਹਿਣ ਨੂੰ ਇਹ ਜ਼ਰੂਰ ਮੈਜੋਰਿਟੀ ਦੀ ਗਵਰਨਮੈਂਟ ਹੁੰਦੀ ਹੈ ਡੈਮੋਕ੍ਰੇਸੀ, ਬਟ ਅਸਲ ਵਿੱਚ ਇਹ ਮਾਈਨੋਰਿਟੀ ਦੀ ਗਵਰਨਮੈਂਟ ਹੁੰਦੀ ਹੈ, ਕਿਉਂਕਿ ਪਾਵਰ ਕੁਝ ਇੱਕ ਹੱਥਾਂ ਦੇ ਵਿੱਚ ਹੈ ਔਰ ਉਹ ਲੋਕ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਾਵਰ ਹੈ, ਉਹ ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡਦੇ ਨੇ, ਉਹ ਸਾਨੂੰ ਸਭ ਨੂੰ ਪਤਾ ਹੁੰਦਾ ਹੈ। ਫਿਰ ਵੀ ਅਸੀਂ ਮਜਬੂਰ ਹੁੰਦੇ ਹਾਂ ਕਿਉਂਕਿ ਚੱਲਦਾ ਪਿਆ ਫੈਡਰਲ ਸਟਰਕਚਰ ਹੈ, ਸੰਘੀ ਢਾਂਚਾ ਹੈ, ਉਹਦੇ ਮੁਤਾਬਿਕ ਸਾਨੂੰ ਚੱਲਣਾ ਹੈ, ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਚੱਲਣਾ ਹੈ। ਹੁਣ ਪੁਆਇੰਟ ਇਹ ਆ ਕਿ ਜਿਹੜੇ ਇਹ ਅੰਦਰ ਡੀਪ ਸਟੇਟ ਵਰਕ ਕਰਦੀ ਆ, ਜਿਹੜੇ ਇਹ ਆਪਣੇ ਫਾਇਦੇ ਵਾਸਤੇ ਸੱਤਾ ਨੂੰ ਚਲਾਉਂਦੇ ਨੇ, ਉਹਨਾਂ ਨੂੰ ਕਿੱਦਾਂ ਸਮਝਾਇਆ ਜਾਵੇ ਕਿ ਭਲਿਓ ਲੋਕੋ, ਜਨਤਾ ਨੇ ਜੋ ਸੋਚ ਕੇ ਤੁਹਾਨੂੰ ਬਿਠਾਇਆ ਸੀ, ਜੋ ਆਸਾਂ ਉਮੀਦਾਂ ਰੱਖੀਆਂ ਹੋਈਆਂ ਨੇ, ਉਹਨਾਂ ਬਾਰੇ ਵੀ ਵਿਚਾਰ ਕਰ ਲਵੋ। ਉਹ ਤੁਸੀਂ ਗੱਲ ਠੀਕ ਕਹਿੰਦੇ ਆ, ਵਿਚਾਰ ਕਰ ਲਓ। ਦੇ ਆਰ ਨਾਟ ਕੰਸਰਨਡ ਵਿਦ ਥੀਸ ਥਿੰਗਸ ਕਿ ਉਹਨਾਂ ਨੇ ਵਿਚਾਰ ਕਰਨਾ ਜਾਂ ਨਾ ਕਰਨਾ। ਉਹ ਉੱਥੇ ਤੱਕ ਸੀਮਤ ਆ ਜਿੱਥੇ ਤੱਕ ਵੋਟਾਂ ਹੈ, ਵੋਟਾਂ ਦਾ ਮਸਲਾ ਆ ਸਾਰਾ। ਵੀ ਵੋਟ ਕਿਸੇ ਨਾ ਕਿਸੇ ਤਰ੍ਹਾਂ ਹੁਣ ਤੁਸੀਂ ਦੇਖੋ ਇੱਥੇ ਗੁਜਰਾਤ ਦੇ ਵਿੱਚ ਇਲੈਕਸ਼ਨਾਂ ਹੋਈਆਂ, ਬਾਅਦ ਦਿਹਾੜੀ ਲਾਤੀ ਸਾਰੇ ਲੋਕਾਂ ਨੇ ਗੁਜਰਾਤ ਗੁਜਰਾਤ ਗੁਜਰਾਤ। ਹੁਣ ਸਾਡੇ ਪ੍ਰਧਾਨ, ਸਾਡੇ ਚੀਫ ਮਿਨਿਸਟਰ ਵੀ ਉੱਥੇ ਗਏ, ਉਹ ਉੱਥੇ ਹੀ ਰਹੇ, ਸਮਝ ਲਓ ਮਹੀਨਾ 20 ਦਿਨ ਉੱਥੇ ਰਹੇ, ਕਿਤੇ ਆ ਗਏ ਕਿਤੇ ਚਲੇ ਗਏ। ਪ੍ਰਧਾਨ ਮੰਤਰੀ ਵੀ ਉੱਥੇ ਆ। ਉਹ ਹੁਣ ਸਾਡੇ ਥੋੜਾ ਸੁਣਦੇ ਆ। ਜੇ ਕੋਈ ਪਾਲਿਸੀ ਬਣਾਉਣੀ ਆ, ਕਿਸੇ ਨੇ ਪਾਲਿਸੀ ਬਣਾਉਣੀ, ਕਿਸੇ ਨੇ ਲੋਕ ਮਰਦੇ ਆ, ਕੋਈ ਹਸਪਤਾਲ ਚਾਹੀਦਾ ਆ, ਕੋਈ ਬਿਜਲੀ ਚਾਹੀਦੀ ਆ, ਕੋਈ ਪਾਣੀ ਚਾਹੀਦਾ ਆ, ਉਹ ਦੇ ਆਰ ਨਾਟ ਕੰਸਰਨਡ ਵਿਦ ਆਲ ਥੀਸ ਥਿੰਗਸ। ਦੇ ਆਰ ਕੰਸਰਨਡ ਵਿਦ ਜਿਹੜਾ ਇਮੀਡੀਏਟ ਉਹਨਾਂ ਦੇ ਸਾਹਮਣੇ ਆ, ਫੋਕਸ ਉਹਨਾਂ ਦੇ ਸਾਹਮਣੇ ਕੀ ਆ। ਇਸ ਵੇਲੇ ਇਲੈਕਸ਼ਨਾਂ ਸੀਗੀਆਂ, ਚਾਹੇ ਦਿੱਲੀ ਦੀਆਂ ਸੀਗੀਆਂ, ਚਾਹੇ ਗੁਜਰਾਤ ਦੀਆਂ ਸੀਗੀਆਂ, ਚਾਹੇ ਹਿਮਾਚਲ ਦੀਆਂ ਸੀਗੀਆਂ, ਇਲੈਕਸ਼ਨਾਂ ਦਾ ਮੂਡ ਸੀਗਾ ਉਹਨਾਂ ਦਾ। ਇਲੈਕਸ਼ਨ ਤੋਂ ਬਾਅਦ ਹੁਣ ਤੁਸੀਂ ਦੇਖ ਲਓ 8 ਤਰੀਕ ਨੂੰ ਇਲੈਕਸ਼ਨ ਆ, 9-10 ਤੱਕ ਸਾਰੇ ਟੀਵੀ ਅਖਬਾਰਾਂ ਰੌਲਾ ਰੱਪਾ ਪੈ ਜਾਊਗਾ। ਉਹਦੇ ਬਾਅਦ ਤੂੰ ਕੌਣ ਤੇ ਮੈਂ ਕੌਣ, ਕਿਸੇ ਨੇ ਕੁਛ ਨਹੀਂ ਸੁਣਨਾ ਕਿ ਆਪਣੀਆਂ ਚਮਦੀਆਂ ਚਲਾਉਣੀਆਂ ਆ। ਜੇ ਅਸੀਂ ਮੈਜੋਰਿਟੀ ਦੀ ਗੱਲ ਕਰਦੇ ਹਾਂ ਜਾਂ ਮਿਨੋਰਿਟੀ ਦੀ ਗੱਲ ਕਰਦੇ ਹਾਂ, ਅੱਜ ਮੈਂ ਤੁਹਾਨੂੰ ਇੱਕ ਰੈਫਰੈਂਸ ਦਿੰਦਾ ਆ। ਅੱਜ ਕੰਟਰੋਵਰਸੀ ਆ ਜੁਡੀਸ਼ਰੀ ਤੇ ਐਗਜ਼ੈਕਟਿਵ ਦੇ ਬੜੀ ਭਾਰੀ ਕੰਟਰੋਵਰਸੀ ਚੱਲ ਰਹੀ ਆ ਦੋਨੋਂ ਪਾਸੇ। ਹੁਣ ਜੇ ਉਹਨਾਂ ਨੇ ਕਲੀਜੀਅਮ ਬਣਾ ਲਿਆ ਆ ਸੁਪਰੀਮ ਕੋਰਟ ਨੇ, ਤੁਸੀਂ ਉਹਨੂੰ, ਤੁਹਾਡੇ ਕੋਲ, ਹੁਣ ਮੈਂ ਮੈਜੋਰਿਟੀ ਤੁਹਾਡੇ ਵਾਲੀ ਗੱਲ ਕਰ ਲਿਆ, ਮੈਜੋਰਿਟੀ ਆ ਤੁਹਾਡੇ ਕੋਲ, ਤੁਸੀਂ ਬਿੱਲ ਪਾਸ ਕਰ ਲਓ। ਸਾਡੇ ਕੋਲ ਜ਼ਿਆਦਾ ਚੈਕਸ ਐਂਡ ਬੈਲੈਂਸ ਹੈਗੇ ਆ। ਸਾਡੇ ਹਿੰਦੁਸਤਾਨ ਦੇ ਵਿੱਚ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੈਕਸ ਐਂਡ ਬੈਲੈਂਸਸ ਆਪਣੇ ਕੋਲ ਹੈਗੇ ਆ। ਤੁਸੀਂ ਉਹਨੂੰ ਛੱਡ ਦਿਓ, ਕੋਲੀਜੀਅਮ ਨੂੰ ਛੱਡ ਕੇ ਤੁਸੀਂ ਆਪਣਾ ਕਨਸਟੀਟਿਊਸ਼ਨ, ਆਪਣਾ ਕੋਈ ਇਹੋ ਜਿਹਾ ਬਿੱਲ ਲਿਆਓ ਜਿਹੜਾ ਤੁਹਾਡੀ ਸੈਟੀਸਫੈਕਸ਼ਨ ਕਰਦਾ ਹੋਵੇ। ਐਵੇਂ ਕੰਟਰੋਵਰਸੀ ਦੇ ਪੈਣਾ ਸਾਡਾ ਧਿਆਨ ਉੱਧਰ ਰੱਖਣਾ, ਲੋਕਾਂ ਦਾ ਧਿਆਨ ਹੁਣ ਜਿਹੜੇ ਖਾਸ ਕਰਕੇ ਜਿਹੜਾ ਪੜ੍ਹਿਆ ਲਿਖਿਆ ਤਬਕਾ ਆ, ਉਹਦਾ ਉੱਥੇ ਫੋਕਸ ਰੱਖ ਦਿੱਤਾ ਆ। ਜੁਡੀਸ਼ਰੀ ਨੇ ਆਹ ਕਰ ਦਿੱਤਾ, ਸਰਕਾਰ ਨੇ ਆਹ ਕਰ ਦਿੱਤਾ ਆ। ਸਾਡਾ ਧਿਆਨ ਤਾਂ ਉਹਨਾਂ ਗੱਲਾਂ ਦੇ ਵਿੱਚ ਲਾ ਰੱਖਦੇ ਆ, ਆਪਣਾ ਧਿਆਨ ਜਿਹੜਾ ਆ ਉਹਨਾਂ ਦਾ ਲੁੱਟ ਖਸੁੱਟ ਦੇ ਵਿੱਚ, ਐਕਸਪਲੋਇਟੇਸ਼ਨ ਕਰਨ ਦੇ ਵਿੱਚ ਉਹ ਕਰ ਰਹੇ। ਜੀ ਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਹੁਣ ਇਹੀ ਗੱਲ ਜਿਹੜੀ ਹੈ ਆਪਾਂ ਵਿਚਾਰ ਕਰਦੇ ਪਏ ਹਾਂ, ਇਸੇ ਗੱਲ ਬਾਰੇ ਸੋਚਦੇ ਪਏ ਹਾਂ। ਸੋ ਇੱਕ ਪਾਸੇ ਦੇਖੋ ਕਿ ਅਸੀਂ ਸਾਰੇ ਆਸਾਂ ਉਮੀਦਾਂ ਲਗਾ ਕੇ ਬੈਠੇ ਹਾਂ ਆਮ ਆਦਮੀ ਪਾਰਟੀ, ਜੋ ਭਾਰਤ ਨੂੰ ਇੱਕ ਤੀਸਰਾ ਵਿਕਲਪ, ਤੀਸਰਾ ਆਲਟਰਨੇਟਿਵ ਮਿਲਿਆ ਹੈ। ਪਹਿਲਾਂ ਬੀਜੇਪੀ ਸੀ, ਨਾਲ ਕਾਂਗਰਸ, ਪਰ ਹੁਣ ਆਮ ਆਦਮੀ ਪਾਰਟੀ ਇੱਕ ਤੀਸਰਾ ਵਿਕਲਪ ਮਿਲਿਆ ਹੈ। ਤਾਂ ਇਸ ਵਕਤ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਨਾਲ ਉਹ ਵੱਖ-ਵੱਖ ਹੋਰ ਸਟੇਟਸ ਦੇ ਵਿੱਚ ਵੀ ਕੋਸ਼ਿਸ਼ਾਂ ਕਰ ਰਹੇ ਨੇ ਕਿ ਉੱਥੇ ਵੀ ਕਬਜ਼ਾ ਕੀਤਾ ਜਾਵੇ, ਉੱਥੇ ਵੀ ਆਪਣੀ ਸਰਕਾਰ ਬਣਾਈ ਜਾਵੇ। ਐਕਸਪਰਟ ਇਹ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਉਹ ਨੈਸ਼ਨਲ ਲੈਵਲ ਦੀ ਪਾਰਟੀ ਬਣ ਜਾਏ ਔਰ ਆਪਣੀ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਣ ਵਾਸਤੇ ਉਹ ਪੰਜਾਬ ਦੀ ਵਰਤੋਂ ਕਰ ਰਹੀ ਹੈ, ਪੰਜਾਬ ਦੇ ਖਜ਼ਾਨੇ ਦੀ ਵਰਤੋਂ ਕਰ ਰਹੀ ਹੈ, ਜਿਸ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ। ਉਹ ਹੱਕ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਦਾ ਪਿਆ, ਬਲਕਿ ਬਾਕੀ ਸਟੇਟਸ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਨੂੰ ਸਥਾਪਿਤ ਕਰਨ ਵਾਸਤੇ, ਸਟਰੋਂਗ ਕਰਨ ਵਾਸਤੇ, ਐਡਵਰਟੀਜ਼ਮੈਂਟਸ ਕਰਨ ਵਾਸਤੇ, ਲੋਕਾਂ ਦੇ ਵਿੱਚ ਆਪਣੀ ਗੱਲ ਕਹਿਣ ਵਾਸਤੇ ਕਿ ਆਮ ਆਦਮੀ ਪਾਰਟੀ ਕੀ ਚਾਹੁੰਦੀ ਹੈ, ਪੂਰੇ ਦੇਸ਼ ਬਾਰੇ ਕੀ ਚਾਹੁੰਦੀ ਹੈ, ਲੋਕਾਂ ਬਾਰੇ ਕੀ ਚਾਹੁੰਦੀ ਹੈ, ਪੈਸਾ ਉੱਧਰ ਖਰਚ ਕੀਤਾ ਜਾ ਰਿਹਾ ਹੈ। ਇਹ ਕਿਤੇ ਉਹ ਗੱਲ ਨਾ ਹੋ ਜਾਵੇ ਅੱਗਾ ਦੌੜ ਤੇ ਪਿੱਛਾ ਝੌੜ, ਕਿ ਤੁਹਾਨੂੰ ਪੰਜਾਬ ਮਿਲਿਆ, ਪਹਿਲਾਂ ਉਹ ਤਾਂ ਸਾਂਭ ਲਵੋ, ਉਹਦੇ ਬਾਰੇ ਤੁਸੀਂ ਕੁਝ ਕਰਦੇ ਨਹੀਂ ਪਏ ਔਰ ਬਾਹਰ ਤੁਸੀਂ ਲੱਗੇ ਹੋਏ ਹੋ ਜ਼ੋਰਾਂ ਸ਼ੋਰਾਂ ਨਾਲ ਆਪਣੀ ਅਪੀਲ ਕਰਨ ਵਾਸਤੇ, ਲੋਕਾਂ ਦੇ ਵਿੱਚ ਪਬਲਿਸਿਟੀ ਕਰਨ ਵਾਸਤੇ। ਪੰਜਾਬ ਦੇ ਅੰਦਰ ਅਸੀਂ ਇਹ ਕਰ ਦਿੱਤਾ, ਤੁਹਾਡੀ ਸਟੇਟ ਦੇ ਵਿੱਚ ਵੀ ਇਹ ਕਰ ਦਾਂਗੇ, ਨੌਕਰੀਆਂ ਦਵਾ ਦਿੱਤੀਆਂ ਨੇ, ਭ੍ਰਸ਼ਟਾਚਾਰ ਖਤਮ ਕਰ ਦਿੱਤਾ, ਜਿਵੇਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਿੱਤਾ। ਇਸ ਤਰ੍ਹਾਂ ਦੀ ਪਬਲਿਸਿਟੀ ਕਰਦੇ ਪਏ ਨੇ ਵੱਖ-ਵੱਖ ਸਟੇਟਸ ਦੇ ਵਿੱਚ ਜਾ ਕੇ। ਤੇ ਸੀਐਮ ਮਾਨ 2 ਵਾਰ ਗੈਰ ਹਾਜ਼ਰ ਰਹੇ ਨੇ
ਪੰਜਾਬ ਦੇ ਵਿੱਚੋਂ ਜਦੋਂ ਕਿ ਰਾਸ਼ਟਰਪਤੀ ਜੋ ਫਰਸਟ ਸਿਟੀਜ਼ਨ ਆਫ ਇੰਡੀਆ ਨੇ ਉਹਨਾਂ ਨੇ ਚੰਡੀਗੜ੍ਹ ਦਾ ਦੌਰਾ ਕੀਤਾ, ਉਸ ਵਕਤ ਸੀਐਮ ਮਾਨ ਦੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਈ। ਇਸ ਨੂੰ ਵੀ ਐਕਸਪਰਟ ਜਿਹੜੇ ਨੇ ਉਹ ਸਹੀ ਇੱਕ ਦਿਸ਼ਾ ਔਰ ਸਹੀ ਸੰਕੇਤ ਨਹੀਂ ਮੰਨ ਰਹੇ। ਇਹ ਸਭ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ, ਜਿੱਥੋਂ ਤੱਕ ਪੰਜਾਬ ਦੇ ਸੂਬੇ ਦੀ, ਪੰਜਾਬ ਦੇ ਲੋਕਾਂ ਦੀ ਤਰੱਕੀ ਦਾ ਸਵਾਲ ਹੈ। ਖੰਨਾ ਸਾਹਿਬ, ਪੰਜਾਬ ਦੇ ਲੋਕਾਂ ਨੇ ਬੜੀ ਆਸ਼ਾ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀਗਾ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਸਾਰੇ ਲੋਕ ਵੀ ਇਹ ਗੱਲ ਕਹਿੰਦੇ ਆ। ਪਰ ਤੁਸੀਂ ਵੀ ਰੋਜ਼ ਕੰਮ ਕਰਦੇ, ਅਸੀਂ ਵੀ ਦੇਖਦੇ ਹਾਂ, ਹੋਰ ਲੋਕ ਵੀ ਦੇਖਦੇ ਆ, ਕੋਈ ਡਿਸਰਨੀਬਲ ਅਚੀਵਮੈਂਟ ਹੋਈ 8 ਮਹੀਨਿਆਂ ਦੇ ਵਿੱਚ ਜਿਹੜੀ ਅਸੀਂ ਕਹਿ ਸਕੀਏ ਵੀ ਇਹ ਆਮ ਆਦਮੀ ਪਾਰਟੀ ਨੇ ਇਹ ਕੰਮ ਵਧੀਆ ਕੀਤਾ ਹੈ। ਚਾਹੇ ਉਹ ਅਨਪਲਾਇਮੈਂਟ ਦਾ ਮਸਲਾ ਆ, ਚਾਹੇ ਉਹ ਪ੍ਰਾਈਸ ਰਾਈਸ ਦਾ ਮਸਲਾ ਆ, ਚਾਹੇ ਲਾ ਐਂਡ ਆਰਡਰ ਦਾ ਮਸਲਾ ਆ, ਚਾਹੇ ਜਿਹੜੇ ਗੈਂਗਵਾਰ ਜਿਹੜੀ ਚੱਲਦੀ ਆ ਪੰਜਾਬ ਦੇ ਵਿੱਚ, ਜਾਂ ਜਿਹੜਾ ਭ੍ਰਿਸ਼ਟਾਚਾਰ ਆ ਪੰਜਾਬ ਦਾ, ਜਾਂ ਜਿਹੜੇ ਮਾਫੀਆ ਆ ਜਾਂ ਉਹ ਚੱਲਦਾ ਆ, ਕਿਤੇ ਠੱਲ ਪਈ ਆ, ਕਿਤੇ ਰੁਕਾਵਟ ਹੋਈ ਆ ਕਿਸੇ ਤਰ੍ਹਾਂ ਦੀ, ਆਪਾਂ ਦੇਖ ਲਈਏ ਪਹਿਲਾਂ ਕਿਸੇ, ਫਿਰ ਤਾਂ ਅਸੀਂ ਕਹਾਂਗੇ। ਜੇ ਕੋਈ ਇੱਕ ਅਚੀਵਮੈਂਟ ਵੀ ਕਿਸੇ ਤਰ੍ਹਾਂ ਦੀ ਹੋ ਜਾਵੇ, ਕੋਈ ਵਧੀਆ ਜਿਹੀ ਅਚੀਵਮੈਂਟ ਹੋ ਜਾਵੇ ਜਿਹੜੀ ਅਸੀਂ ਕਹਿ ਸਕੀਏ ਵੀ ਆਮ ਆਦਮੀ ਨੇ ਇਹ ਕਮਾਲ ਕਰ ਦਿੱਤੀ ਆ, ਪਰ ਹੁਣ ਤਾਂ ਕੁਝ ਵੀ ਨਹੀਂ ਕੀਤਾ ਪੰਜਾਬ। ਇਹ ਤਾਂ ਗੱਲਾਂ ਜ਼ਰੂਰ ਕਰੀ ਜਾਂਦੇ, ਜਿੰਨੀਆਂ ਮਰਜ਼ੀ ਕਰੀ ਜਾਂਦੇ। ਰੈਦਰ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਵੀ ਪੰਜਾਬ ਦੇ ਪਾਰਟੀ ਦੀ ਗੱਲ ਇਸੇ ਦੀ ਦੱਸਦਾ। ਆਮ ਆਦਮੀ ਪਾਰਟੀ ਜਿਹੜੀ ਆ, ਇਹਦਾ ਵਿਜ਼ਨ ਕੀ ਆ? ਪਹਿਲਾਂ ਆਪਾਂ ਦੇਖੀਏ ਤਾਂ ਸਹੀ, ਇਹਦਾ ਵਿਜ਼ਨ ਕੀ ਆ, ਇਹਨਾਂ ਦਾ ਇਸ਼ੂ ਕੀ, ਇਹਨਾਂ ਦੇ ਮੂਹਰੇ ਕੀ, ਇਹਨਾਂ ਦੀ ਇਕਨੋਮਿਕ ਪਾਲਿਸੀ ਕੋਈ ਹੈਗੀ ਆ ਹਿੰਦੁਸਤਾਨ ਦੀ, ਜਿਹੜੀ ਹਿੰਦੁਸਤਾਨ ਦੀ ਗੱਲ ਕਰਦੀ ਹੈ ਸਰਕਾਰ? ਕੀ ਇਹਨਾਂ ਦੀ ਫੋਰਨ ਪਾਲਿਸੀ ਕੋਈ ਹੈਗੀ ਹੈ ਜਿਹਦੇ ਲਈ ਆਲ ਇੰਡੀਆ ਦੀ ਗੱਲ ਕਰ ਰਹੇ ਆ? ਕਿਸੇ ਤਰ੍ਹਾਂ ਦਾ ਇਹ ਇੱਕ, ਅਸੀਂ ਜੇ ਇਹਨੂੰ, ਸ਼ਾਇਦ ਤੁਹਾਨੂੰ ਚੰਗੀ ਲੱਗੇ ਜਾਂ ਨਾ ਗੱਲ ਲੱਗੇ, ਪਰ ਅਸੀਂ ਜਦ ਇਹਨੂੰ ਟ੍ਰੀਟ ਕਰਦੇ ਹਾਂ, ਇਹ ਜਸਟ ਲਾਈਕ RWA ਆ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਜਿਨ੍ਹਾਂ ਦੇ ਕੋਲ ਕੁਝ ਫੈਸਿਲਿਟੀਜ਼ ਹੈਗੀਆਂ, ਕਿਤੇ ਪਾਰਕ ਡਿਵੈਲਪ ਕਰਤੇ ਆ, ਕਿਤੇ ਸੜਕਾਂ ਬਣਾਤੀਆਂ, ਕਿਤੇ ਬਿਜਲੀ ਦਾ ਇੱਧਰ ਉੱਧਰ ਦਾ ਕੰਮ ਕਰ ਦਿੱਤਾ ਆ। ਅਸਲ ਦੇ ਵਿੱਚ ਇਹ ਪਾਲਿਸੀ ਦੇ ਤਹਿਤ ਨਹੀਂ ਹੈਗਾ ਕੋਈ ਵੀ ਚੀਜ਼। ਇਹ ਜੇ ਤਾਂ ਪਾਲਿਸੀ ਦੇ ਤਹਿਤ ਹੋਵੇ ਫਿਰ ਤਾਂ ਅਸੀਂ ਮੰਨ ਲੈਂਦੇ ਹਾਂ, ਚੰਗੀ ਗੱਲ ਹੈ, ਇਹ ਪਾਲਿਸੀ ਬਣ ਗਈ ਆ। ਹੁਣ ਜੇ ਤੁਸੀਂ ਇਹ ਦੇਖੋ, ਜੇ ਦਿੱਲੀ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਇਹ ਹੈਲਥ ਸੈਂਟਰ ਖੋਲ ਦੇਣੇ ਆ, ਵੈਲਨੈਸ ਸੈਂਟਰ ਜਿਹਨਾਂ ਨੂੰ ਮਗਰੋਂ ਕਰ ਦਿੱਤਾ ਆ, ਵੀ ਜੇ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਚੱਲਦੇ ਉਹਨਾਂ ਨੂੰ ਤਾਂ ਸੁਧਾਰ ਲਓ। ਪੰਜਾਬ ਦੇ ਵਿੱਚ ਹੁਣ ਜਿਹੜੇ ਹਸਪੀਟਲ ਚੱਲਦੇ ਆ, ਉੱਥੇ ਤਾਂ ਡਾਕਟਰ ਜਾਂ ਨਰਸਾਂ ਜਾਂ ਪੈਰਾਮੈਡੀਕਲ ਸਟਾਫ ਹੈ ਨਹੀਂਗਾ, ਕੋਈ ਲੋਕ ਤਾਂ ਤਰਤਰ ਕਰਦੇ ਫਿਰਦੇ। ਅੱਜ ਵੀ ਮੈਂ ਗੱਲ ਕਰ ਰਿਹਾ ਸੀਗਾ, ਸਾਡੀ ਡਿਸਕਸ਼ਨ ਹੋ ਰਹੀ ਸੀਗੀ ਵੀ ਚੰਡੀਗੜ੍ਹ ਦੇ ਵਿੱਚ ਜਿਹੜੇ 2-3 ਹਸਪਤਾਲ ਆ ਸਾਡੇ, ਓਵਰਵਰਡਨਡ ਆ। ਓਵਰਵਰਡਨ ਦਾ ਮਤਲਬ ਇਹ ਹੋਇਆ ਵੀ ਇੰਨੇ ਓਵਰਵਰਡਨਡ ਆ ਵੀ ਉੱਥੇ ਤੁਸੀਂ ਇਹ ਦੇਖੋ ਵੀ ਤਿਲ ਸਿੱਟਣ ਦੀ ਜਗ੍ਹਾ ਨਹੀਂ ਹੈਗੀ ਨਾ ਹਸਪਤਾਲ ਦੇ ਵਿੱਚ। ਇਹਦਾ ਰਿਜ਼ਲਟ ਇਹ ਨਿਕਲਿਆ ਵੀ ਨੇਬਰਿੰਗ ਸਟੇਟਸ ਜਿਹੜੀਆਂ ਇਨਕਲੂਡਿੰਗ ਪੰਜਾਬ, ਉਹਨਾਂ ਨੇ ਕੋਈ ਐਡੀ ਡਿਵੈਲਪਮੈਂਟ ਨਹੀਂ ਕੀਤੀ ਜਿੱਥੇ ਕੋਈ ਵੱਡੇ ਹਸਪਤਾਲ ਬਣ ਜਾਣ। ਪੰਜਾਬ ਦੇ ਵਿੱਚ 3 ਹਸਪਤਾਲ ਵੱਡੇ ਆ, ਬਾਅਦ ਦੇ ਵਿੱਚ ਤਾਂ ਕੋਈ ਨਹੀਂ ਬਣਿਆ ਹੈਗਾ। ਸਿਮਿਲਰਲੀ ਆਲੇ ਦੁਆਲੇ ਵੀ ਜਿੱਥੇ ਵੀ ਆ। ਸੋ ਜਿੰਨਾ ਚੱਕਰ ਅਸੀਂ ਕੋਈ ਪਾਲਿਸੀ ਮੈਟਰ ਦੇ ਤਹਿਤ ਕੋਈ ਤਰੱਕੀ ਨਹੀਂ ਕਰਦੇ, ਕੋਈ ਕੰਮ ਨਹੀਂ ਕਰਦੇ, ਉਹਨਾਂ ਚੱਕਰ ਇਹ ਛੋਟੀਆਂ ਮੋਟੀਆਂ ਗੱਲਾਂ ਕਿਸੇ ਨੂੰ ਸਮਝ ਨਹੀਂ ਆਉਣੀਆਂ ਹੈਗੀਆਂ। ਅਸੀਂ ਲਈਏ ਪਾਲਿਸੀ, ਸਾਡੀ ਪਾਲਿਸੀ ਕੀ ਆ? ਇਕਨੋਮਿਕ ਪਾਲਿਸੀ, ਲੋਕਾਂ ਨੂੰ ਐਮਪਲੋਇਮੈਂਟ ਦੇਣੀ ਕਿੱਦਾਂ ਦੇਣੀ ਆ? ਕੋਈ ਇੰਡਸਟਰੀ ਲਾਉਣੀ ਆ? ਉਹ ਹਜੇ ਤੱਕ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵਿਜ਼ਨ ਨਹੀਂ ਬਣਿਆ ਕਿ ਅਸੀਂ ਇੰਡਸਟਰੀ ਲਾਉਣੀ ਆ ਪੰਜਾਬ ਦੇ ਵਿੱਚ। ਕਿੱਥੋਂ ਲਿਆਉਣੀ ਆ? FDI ਆਉਣੀ ਆ? ਨਹੀਂ ਆਉਣੀ ਹੈ। ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਹੀ ਨਹੀਂ ਹਜੇ ਤੱਕ। ਤਾਂ 8-9 ਮਹੀਨੇ ਜਿਹੜਾ ਪੀਰੀਅਡ ਲੰਘ ਗਿਆ ਆ, ਉਹਨਾਂ ਵਿੱਚ ਕੋਈ ਦਿਖਿਆ ਨਹੀਂ ਹੈਗਾ ਇਹੋ ਜਿਹਾ ਕਾਰੋਬਾਰ ਜਿਹੜਾ ਕਿ ਕੋਈ ਮਾਰਵਲਸ ਚੀਜ਼ ਹੋਵੇ ਜਿਹੜੀ ਅਸੀਂ ਦੱਸ ਸਕੀਏ ਕਿ ਪੰਜਾਬ ਦੇ ਵਿੱਚ ਆ ਹੋ ਗਿਆ। ਹਾਲਾਂਕਿ ਉਹੀ ਚੀਜ਼ ਜਿਹੜੀਆਂ ਪੁਰਾਣੀਆਂ ਗੱਲਾਂ ਸੀ, ਜਿਹੜੀ ਬੀਜੇਪੀ ਕਾਂਗਰਸ ਸੀ, ਜਿਹੜੀ ਬੀਜੇਪੀ ਕਾਂਗਰਸ ਜਾਂ ਅਕਾਲੀ ਸੀਗੇ, ਉਹੀ ਮਾਫੀਆ ਰੂਲ, ਉਹੀ ਸਭ ਕੁਝ ਐਜ਼ ਇਟ ਇਜ਼ ਚੱਲ ਰਿਹਾ ਹੈ ਜੋ ਅਸੀਂ ਦੇਖਦੇ ਹਾਂ, ਜਾਂ ਜੋ ਪੰਜਾਬ ਦੇ ਲੋਕ ਆ ਬਹੁਤ ਸਾਰੇ ਤਾਂ ਇਹੀ ਗੱਲ ਕਹਿੰਦੇ ਆ ਵੀ ਬੜੀ ਭਾਰੀ ਗਲਤੀ ਹੋ ਗਈ। ਜੀ, ਤੁਸੀਂ ਇੱਕ ਖੋਸਲਾ ਸਾਹਿਬ ਗੌਰ ਕਰਦੇ ਹੋਵੋਗੇ ਕਿਉਂਕਿ ਤੁਸੀਂ ਵੀ ਸਭ ਮੀਡੀਆ ਨਾਲ ਜੁੜੇ ਹੋਏ ਹੋ ਔਰ ਸਾਰੀਆਂ ਆਲੇ ਦੁਆਲੇ ਦੀਆਂ ਖਬਰਾਂ ਬਾਰੇ ਇਨਫੋਰਮੇਸ਼ਨ ਰੱਖਦੇ ਹੋ, ਸਾਰੀ ਜਾਣਕਾਰੀ ਰੱਖਦੇ ਹੋ। ਇੱਕ ਗੱਲ ਆਮ ਕਹੀ ਜਾ ਰਹੀ ਹੈ, ਐਕਸਪਰਟਸ ਜੋ ਮੰਨਦੇ ਨੇ ਕਿ ਜੋ ਅਰਵਿੰਦ ਕੇਜਰੀਵਾਲ ਨੇ, ਸੁਪਰੀਮੋ ਆਮ ਆਦਮੀ ਪਾਰਟੀ ਦੇ, ਉਹ ਐਂਬੀਸ਼ਨ ਰੱਖਦੇ ਨੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਨ ਦਾ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ, ਔਰ ਆਪਣੇ ਇਸ ਐਂਬੀਸ਼ਨ ਨੂੰ ਪੂਰਾ ਕਰਨ ਵਾਸਤੇ ਉਹ ਹਰ ਹੀਲਾ ਵਰਤ ਰਹੇ ਨੇ, ਪੰਜਾਬ ਨੂੰ ਵੀ ਵਰਤ ਰਹੇ ਨੇ। ਇਜ਼ ਇਟ ਰਾਈਟ? ਤੁਹਾਨੂੰ ਲੱਗਦਾ ਹੈ ਇਸ ਤਰ੍ਹਾਂ ਕਰਕੇ ਪੰਜਾਬ ਦੀ ਵਰਤੋਂ ਕਰਕੇ ਇਹ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੱਕ ਪਹੁੰਚਣਾ ਚਾਹੁੰਦੇ ਨੇ? ਠੀਕ ਹੈ, ਐਂਬੀਸ਼ਨ ਹੋਣਾ ਕੋਈ ਬੁਰੀ ਗੱਲ ਨਹੀਂ, ਹਰ ਇਨਸਾਨ ਐਂਬੀਸ਼ਨ ਰੱਖਦਾ ਹੈ,
ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਨ ਦਾ ਕੋਈ ਵੀ ਰੱਖਦਾ ਹੈ, ਭਾਵੇਂ ਉਹ ਰਾਜਨੀਤੀ ਦੇ ਵਿੱਚ ਹੈ ਜਾਂ ਨਹੀਂ ਹੈ, ਕਿਉਂਕਿ ਸਕੂਲਾਂ ਦੇ ਵਿੱਚ ਨਾ ਅਸੀਂ ਇੱਕ ਐਸੇ ਲਿਖਦੇ ਹੁੰਦੇ ਸੀ ਕਿ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ ਭਾਰਤ ਦਾ ਤੇ ਫਿਰ ਮੈਂ ਕੀ ਕੀ ਕਰਦਾ। ਸੋ ਉਹ ਐਸੇ ਨਾ ਸਾਡੇ ਦਿਮਾਗ ਦੇ ਵਿੱਚ ਅਸਰ ਰੱਖਦਾ ਹੈ ਕਿ ਅਸੀਂ ਹਮੇਸ਼ਾ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਾਂ ਭਾਰਤ ਦੇ। ਸੋ ਅਰਵਿੰਦ ਕੇਜਰੀਵਾਲ ਠੀਕ ਨੇ, ਉਹ ਵੀ ਬਣਨਾ ਚਾਹੁੰਦੇ ਨੇ, ਐਂਬੀਸ਼ਨ ਰੱਖਣਾ ਕੋਈ ਬੁਰੀ ਗੱਲ ਨਹੀਂ, ਪਰ ਇਸ ਤਰ੍ਹਾਂ ਨਾਲ ਕਿ ਪੰਜਾਬ ਨੂੰ ਵਰਤਿਆ ਜਾਵੇ, ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਟੁੱਟ ਜਾਣ ਤੇ ਸਿਰਫ ਗੱਲਾਂ ਨਾਲ ਹੀ ਕੰਮ ਚਲਾ ਲਿਆ ਜਾਵੇ ਤੇ ਵਿੱਚੋਂ ਆਪਣਾ ਮਤਲਬ ਸਿੱਧ ਕੀਤਾ ਜਾਵੇ, ਪੰਜਾਬ ਨੂੰ ਐਜ਼ ਅ ਸਟੈਪਿੰਗ ਸਟੋਨ ਇਸਤੇਮਾਲ ਕੀਤਾ ਜਾਵੇ। ਤੁਸੀਂ ਠੀਕ ਕਹੀ ਗੱਲ ਜੀ, ਭਈ ਐਂਬੀਸ਼ੀਅਸ ਹੋਣਾ ਅਸੀਂ ਸਾਰੇ ਹੀ ਹੁੰਦੇ ਆ। ਉਹਨਾਂ ਦੀ ਚਲੋ ਕੇਜਰੀਵਾਲ ਜੀ ਦੀ ਇਹ ਐਂਬੀਸ਼ਨ ਹੈ ਇਹ ਕਿ ਉਹ ਚੀਫ ਪ੍ਰਾਈਮ ਮਿਨਿਸਟਰ ਬਣ, ਠੀਕ ਆ, ਚੰਗੀ ਗੱਲ ਆ ਪ੍ਰਾਈਮ ਮਿਨਿਸਟਰ ਬਣ, ਪਰ ਪ੍ਰਾਈਮ ਮਿਨਿਸਟਰ ਐਵੇਂ ਨਹੀਂ ਬਣਿਆ ਜਾਂਦਾ। ਪ੍ਰਾਈਮ ਮਿਨਿਸਟਰ ਕੋਈ ਕੰਮ ਕਰਕੇ ਬਣਿਆ ਜਾਂਦਾ ਹੈ। ਲੋਕ ਇੰਨੇ ਮੂਰਖ ਨਹੀਂ ਜਿੰਨੇ ਤੁਸੀਂ ਸਮਝਦੇ ਆ ਜਾਂ ਜਿੰਨੇ ਤੁਸੀਂ ਬਣਾਉਣਾ ਚਾਹੁੰਦੇ ਆ। ਤੁਸੀਂ ਦੇਖੋ ਲੋਕ ਇੱਥੇ ਦੁਖੀ ਸੀਗੇ ਬਹੁਤ ਉਹਨਾਂ ਦੋਹਾਂ ਤਿੰਨਾਂ ਪਾਰਟੀਆਂ ਤੋਂ ਜਿਨ੍ਹਾਂ ਦੀ ਆਪਾਂ ਸਾਰੇ ਨਾਂ ਲੈਂਦੇ ਆ, ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਸੀ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਮੌਕਾ ਦਿੱਤਾ ਆ। ਪਰ ਸਵਾਲ ਤਾਂ ਇਹ ਹੈਗਾ ਆ ਪਿਆ ਵੀ ਇੱਕ ਉਸ ਵੈਦਰ ਦੇ ਕਮ ਟੂ ਦਾ ਐਕਸਪੈਕਟੇਸ਼ਨਸ ਆਫ ਦਾ ਪੀਪਲ। ਸਵਾਲ ਇਹ ਪੈਦਾ ਹੁੰਦਾ ਹੈ। ਐਂਬੀਸ਼ਨ ਤਾਂ ਠੀਕ ਹੈ, ਤੁਸੀਂ ਬਣ ਗਏ। ਹੁਣ ਤੁਸੀਂ ਇਹ ਦੇਖੋ, ਇੱਥੋਂ ਚੱਲੇ ਪੰਜਾਬ ਤੇ ਦਿੱਲੀ ਦੇ ਵਿੱਚ, ਇਹਨਾਂ ਨੇ ਹਿਮਾਚਲ ਦੇ ਵਿੱਚ ਵੀ ਜ਼ੋਰ ਲਾਇਆ, ਹਿਮਾਚਲ ਦੇ ਵੀ, ਗੁਜਰਾਤ ਦੇ ਵਿੱਚ ਵੀ ਲਾ ਰਹੇ ਆ। ਹੁਣ ਹਿਮਾਚਲ ਦੇ ਵਿੱਚ ਕਿਉਂ ਬੈਕਆਊਟ ਹੋ ਗਏ? ਕਿਉਂਕਿ ਕਿਸੇ ਨੇ ਝੱਲਿਆ ਨਹੀਂ, ਕੋਈ ਪਾਲਿਸੀ ਨਹੀਂ ਹੈਗੀ ਉੱਥੇ। ਜਾਂ ਤਾਂ ਕੋਈ ਪਾਲਿਸੀ ਹੋਵੇ ਨਾ, ਪਾਲਿਸੀ ਦਿਓ ਕੋਈ, ਤੁਸੀਂ ਲੋਕਾਂ ਨੂੰ ਕੋਈ ਅਲਿਊਰਮੈਂਟ ਦਿਓ, ਲੋਕਾਂ ਨੂੰ ਕੋਈ ਫਾਇਦਾ ਦਿਓ। ਜਾਂ ਹੁਣ ਪੰਜਾਬ ਦੇ ਲੋਕਾਂ ਨੇ ਜਿਸ ਵੇਲੇ ਇਹਨਾਂ ਨੂੰ ਦੇਖਿਆ, ਜਦ ਕੋਈ ਕੁਛ ਵੀ ਨਹੀਂ ਨਿਕਲ ਰਿਹਾ, ਹੁਣ ਜਿੱਦਾਂ ਆਪਾਂ ਗੱਲਾਂ ਕਰਦੇ ਹਾਂ ਸਾਰੀਆਂ ਵੀ ਬੇਰੁਜ਼ਗਾਰੀ ਵੀ ਉਨੀ ਆ, ਮਹਿੰਗਾਈ ਵੀ ਉਨੀ ਆ, ਟੈਕਸ ਵੀ ਉਨੇ ਲੱਗ ਰਹੇ ਆ, ਕਰਪਸ਼ਨ ਵੀ ਉਹ ਤੋਂ ਜ਼ਿਆਦਾ ਵੀ ਹੋ ਗਈ ਆ ਕਰਪਸ਼ਨ। ਸੋ ਐਂਬੀਸ਼ਨ ਤਾਂ ਠੀਕ ਹੈ, ਐਂਬੀਸ਼ਨ ਬਣ ਲਵੇ ਬੰਦਾ, ਚਾਹੇ ਕੇਜਰੀਵਾਲ ਹੈ ਚਾਹੇ ਕੋਈ ਹੋਰ ਦੂਜਾ ਬੰਦਾ ਆ। ਚਾਹੀਦਾ ਤਾਂ ਇਹ ਆ ਵੀ ਸਾਨੂੰ ਕੁਛ ਆਸ਼ਾਵਾਂ ਹੋਣ ਲੋਕਾਂ ਨੂੰ, ਜਿਨ੍ਹਾਂ ਉੱਤੇ ਇਹ ਉਤਰਨ ਦੀ ਉਮੀਦ ਹੋਵੇ। ਹੁਣ ਇਹਨਾਂ ਨੂੰ ਇੱਥੇ ਟੈਸਟ ਕਰ ਲਿਆ ਲੋਕਾਂ ਨੇ ਪੰਜਾਬ ਦੇ ਵਿੱਚ। ਹੁਣ ਪੰਜਾਬ ਦਾ ਮਾਡਲ ਲੈ ਕੇ ਜੇ ਗੁਜਰਾਤ ਨੂੰ ਜਾਵਾਂਗੇ ਤਾਂ ਮੈਂ ਨਹੀਂ ਸਮਝਦਾ ਵੀ ਉੱਥੇ ਕੋਈ ਵੱਡੀ ਅਚੀਵਮੈਂਟ ਹੋ ਜਾਊਗੀ ਗੁਜਰਾਤ ਦੇ ਵਿੱਚ ਐਡੀ ਵੱਡੀ ਕਿ ਪੰਜਾਬ ਦਾ ਮਾਡਲ ਲੈ ਕੇ ਚੱਲਾਂਗੇ। ਪੰਜਾਬ ਦਾ ਮਾਡਲ ਸਾਨੂੰ ਨਜ਼ਰ ਆ ਗਿਆ ਆ, ਇਹਦਾ ਆਪਣਾ ਹਿਮਾਚਲ ਦਾ ਨਜ਼ਰ ਆ ਗਿਆ, ਹਿਮਾਚਲ ਦੇ ਵਿੱਚ ਜੋ ਕੁਝ ਹੋਇਆ। ਸੋ ਇਸ ਕਰਕੇ ਜਿੰਨੇ ਮਰਜ਼ੀ ਇਹ ਕਰੀ ਜਾਣ, ਜ਼ੋਰ ਲਾ ਲੈਣ, ਪਰ ਇੰਨਾ ਹਜੇ ਉਹ ਸਟੇਜ ਨਹੀਂ ਆਈ ਜਿੰਨਾ ਚ ਸਟੇਜ ਤਦ ਆਊਗੀ ਜੇ ਲੋਕ ਸੁਖੀ ਹੋਊਗੇ। ਆਮ ਤਾਂ ਲੋਕਾਂ ਦੀ ਅਸੀਂ ਸਾਰੇ ਕਹਿੰਦੇ ਆ ਦਿਸ ਇਜ਼ ਪੀਪਲਸ ਡੈਮੋਕ੍ਰੇਸੀ। ਜੇ ਲੋਕ ਸੁਖੀ ਹੋਊਗੇ ਉਸ ਡੈਮੋਕ੍ਰੇਸੀ ਦੇ ਵਿੱਚ, ਤਦ ਤਾਂ ਕੋਈ ਲੋਕ ਸਮਝੂਗੇ ਵੀ ਇਹਨਾਂ ਨੂੰ ਵੋਟ ਦੇਣੀ ਆ ਜਾਂ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ। ਕੇਜਰੀਵਾਲ ਜੀ ਨੂੰ ਪ੍ਰਾਈਮ ਮਿਨਿਸਟਰ ਲੱਖ ਬਣ ਜਾਣ, ਨੋ ਮੈਟਰ, ਬਣ ਜਾਣ, ਉਹ ਕੋਈ ਗੱਲ ਨਹੀਂ ਹੈ। ਪਰ ਲੋਕ ਕੀ ਚਾਹੁੰਦੇ ਕੀ ਆ, ਲੋਕਾਂ ਦੀ ਪਲਸ ਕੀ ਆ, ਵੈਦਰ ਦੇ ਨੋ ਦਾ ਪਲਸ ਆਫ ਦਾ ਪੀਪਲ। ਪਲਸ ਕੀ, ਕਿੱਥੇ ਖੜੇ ਆ ਅਸੀਂ, ਸਾਡੀਆਂ ਵਿਦੇਸ਼ ਨੀਤੀਆਂ ਕੀ ਹੈਗੀਆਂ ਆ, ਸਾਡਾ ਇਕਨੋਮਿਕ ਪਾਲਿਸੀਜ਼ ਕੀ ਹੈਗੀਆਂ ਆ। ਸਾਡਾ ਹੈ ਕਿ ਅਸੀਂ ਜਦ ਉਹੀ ਨਹੀਂ ਪਤਾ ਹੈਗਾ ਸਾਨੂੰ, ਤੇ ਅਸੀਂ ਜੋ ਮਰਜ਼ੀ ਬਣਾਈਏ, ਜੇ ਪ੍ਰਾਈਮ ਮਿਨਿਸਟਰ ਬਣ ਜਾਵੇ ਤਾਂ ਡਿਸਟਰੈਕਸ਼ਨ ਆ। ਜੇ ਇਦਾਂ ਦੀਆਂ ਗੱਲਾਂ ਕਰਨੀਆਂ ਆ ਬਿਨਾਂ ਕਿਸੇ ਪਾਲਿਸੀ ਮੈਟਰ ਤੋਂ, ਬਿਨਾਂ ਕਿਸੇ ਚਾਕਆਊਟ ਪ੍ਰੋਗਰਾਮ ਦੇ ਉੱਤੋਂ, ਇਹ ਤਾਂ ਡਿਸਟਰੈਕਸ਼ਨ ਹੈ। ਬਿਲਕੁਲ ਠੀਕ ਕਹਿ ਰਹੇ ਹੋ, ਡਿਸਟਰਕਸ਼ਨ ਹੈ। ਬਟ ਇੱਕ ਚੀਜ਼ ਖੋਸਲਾ ਸਾਹਿਬ, ਜਿਹੜੀ ਅਕਸਰ ਇਹ ਰਾਜਨੀਤੀ ਦੇ ਜੋ ਗਲਿਆਰੇ ਨੇ ਉਹਦੇ ਵਿੱਚ ਹੁੰਦੀ ਹੈ, ਜੋ ਰਾਜਨੀਤੀ ਦਾ ਦਾਇਰਾ ਹੈ ਉਹਦੇ ਵਿੱਚ ਐਕਸਪਰਟਸ ਮਾਹਿਰ ਇਹ ਗੱਲ ਕਰਦੇ ਨੇ ਕਿ ਇਸ ਵਕਤ ਜੋ ਪੰਜਾਬ ਦੀ ਸਥਿਤੀ ਉਹ ਇਹ ਹੈ ਕਿ ਸਭ ਕੁਝ ਤਾਂ ਦਿੱਲੀ ਤੋਂ ਹੈਂਡਲ ਹੋ ਰਿਹਾ। ਇਹ ਅਸੀਂ ਪੁਰਾਣੀਆਂ ਗੱਲਾਂ ਵੀ ਕਈ ਵਾਰ ਦੁਬਾਰਾ ਕਰਦੇ ਹਾਂ ਕਿਉਂਕਿ ਬਾਰ-ਬਾਰ ਗੱਲ ਕਰਨੀ ਪੈਂਦੀ ਹੈ। ਸੋ ਸਭ ਕੁਝ ਹੈਂਡਲ ਐਕਸਪਰਟ ਇਹ ਮੰਨਦੇ ਨੇ ਕਿ ਦਿੱਲੀ ਤੋਂ ਹੋ ਰਿਹਾ। ਤਾਂ ਉਸ ਨਾਤੇ ਜੋ ਪੰਜਾਬ ਦੇ ਸੁਪਰ ਚੀਫ ਮਿਨਿਸਟਰ ਨੇ ਉਹ ਨੇ ਕੇਜਰੀਵਾਲ ਜੀ। ਸੋ ਉਹ ਹੈਗੇ ਨੇ ਸੁਪਰ ਚੀਫ ਮਿਨਿਸਟਰ। ਜੋ ਚੀਫ ਮਿਨਿਸਟਰ ਨੇ ਉਹ ਨੇ ਰਾਘਵ ਚੱਡਾ, ਔਰ ਜੋ ਭਗਵੰਤ ਮਾਨ ਸਾਹਿਬ ਨੇ ਉਹ ਹੈਗੇ ਨੇ ਡਿਪਟੀ ਚੀਫ ਮਿਨਿਸਟਰ। ਜਿਸ ਵਕਤ ਵਰਕਿੰਗ ਦੀ ਉੱਤੇ ਗੱਲ ਹੁੰਦੀ ਹੈ, ਐਕਸਪਰਟਸ ਇਸ ਤਰ੍ਹਾਂ ਦੀ ਰਾਏ ਦਿੰਦੇ ਨੇ, ਬਿਲਕੁਲ ਹਲਕੇ ਬੋਲਦੇ ਨੇ, ਉਹ ਛੁਪੇ ਉਹਨਾਂ ਦੀ ਆਵਾਜ਼ ਨਿਕਲਦੀ ਹੈ, ਬੜੀ ਉੱਚੀ ਆਵਾਜ਼ ਨਹੀਂ ਹੁੰਦੀ, ਪਰ ਇੱਕ ਗੱਲ ਜ਼ਰੂਰ ਹੁੰਦੀ ਪਈ ਹੈ। ਇਹ ਗੱਲ ਕਿੱਥੋਂ ਤੱਕ ਸਹੀ ਹੈ ਖੋਸਲਾ ਸਾਹਿਬ, ਜੋ ਤੁਹਾਡੇ ਕੋਲ ਜਾਣਕਾਰੀ ਹੈ ਜਾਂ ਤੁਹਾਡਾ ਜੋ ਆਪਣਾ ਤਜਰਬਾ ਹੈ? ਤੁਸੀਂ ਬਿਲਕੁਲ ਠੀਕ ਕਿਹਾ, ਐਕਸਪਰਟਸ ਵੀ ਠੀਕ, ਕਿਉਂਕਿ ਉਹਨਾਂ ਦਾ ਦੇ ਹੈਵ ਗॉट ਦਾ ਲੌਂਗ ਐਕਸਪੀਰੀਅੰਸ। ਦੇ ਆਰ ਰਾਈਟ ਇਨ ਸੇਇੰਗ ਲਾਈਕ ਦਿਸ ਥਿੰਗ ਕਿ ਉਹ ਉੱਥੋਂ ਜਿਹੜਾ ਰਿਮੋਟ ਕੰਟਰੋਲ ਦੇ ਨਾਲ ਸਰਕਾਰਾਂ ਚੱਲਦੀਆਂ ਹੈ। ਇਹ ਕਿੰਨਾ ਚਿਰ ਚੱਲਣਗੀਆਂ ਸਰਕਾਰਾਂ? ਇਹ ਸਰਕਾਰਾਂ ਰਿਮੋਟ ਕੰਟਰੋਲ ਵਾਲੀਆਂ ਨਹੀਂ ਹੈ। ਐਕਚੁਅਲੀ ਲੋਕਾਂ ਦੇ ਵਿੱਚ ਜਾਓ, ਜੇ ਲੋਕਾਂ ਤੇ ਭਲਾ ਕਰਨਾ ਆ, ਲੋਕਾਂ ਦੇ ਵਿੱਚ ਜਾਓ। ਲੋਕ ਕੀ ਚਾਹੁੰਦੇ, ਆਪਾਂ ਤਾਂ ਇਹ ਖੰਨਾ ਸਾਹਿਬ ਇੱਕ ਚੀਜ਼ ਮੋਟੇ ਤੌਰ ਤੇ ਮੰਨ ਲਈਏ, ਲੋਕ ਕੀ ਚਾਹੁੰਦੇ? ਰੋਟੀ, ਕੱਪੜਾ ਤੇ ਮਕਾਨ। ਖਬਰਾਂ ਜਿਹੜੀਆਂ ਆਉਂਦੀਆਂ, ਲੋਕ ਤਾਂ ਭੁੱਖ ਨਾ ਮਰ ਰਹੇ ਕਿਤੇ ਇੰਨਾ ਅਨਾਜ ਹੋਣ ਦੇ ਬਾਵਜੂਦ ਵੀ ਲੋਕ ਭੁੱਖ ਨਾ ਮਰ ਰਹੇ ਆ।
ਸੋ ਇਸ ਕਰਕੇ ਜਿੰਨਾ ਚਿਰ ਅਸੀਂ ਲੋਕਾਂ ਦੀ ਪਲਸ ਤੇ ਪਹਿਰਾ ਨਹੀਂ ਦਿੰਦੇ ਹੈਗੇ, ਚਾਹੇ ਰਿਮੋਟ ਕੰਟਰੋਲ ਉੱਥੇ ਦਾ ਹੋਵੇ, ਦਿੱਲੀ ਦਾ ਹੋਵੇ, ਚਾਹੇ ਚੰਡੀਗੜ੍ਹ ਦਾ ਹੋਵੇ, ਚਾਹੇ ਕਿਤੇ ਹੋਰ ਦਾ ਹੋਵੇ, ਅਸੀਂ so long as we do not understand the pulse of the people, ਲੋਕ ਕੀ ਚਾਹੁੰਦੇ ਆ, ਲੋਕ ਰੋਟੀ ਕੱਪੜਾ ਮਕਾਨ ਚਾਹੁੰਦੇ ਆ, ਲੋਕ ਐਜੂਕੇਸ਼ਨ ਚਾਹੁੰਦੇ, ਲੋਕ ਹੈਲਥ ਸਰਵਿਸ ਚਾਹੁੰਦੇ ਆ, ਤਾਂ ਉਹਨਾਂ 'ਚ ਤਾਂ ਠੀਕ ਆ। ਅੱਜ ਜਿਹੜੀਆਂ ਪਾਲਿਸੀਆਂ ਜਿਹੜੀਆਂ ਹੁਣ ਦੀਆਂ ਬਣ ਰਹੀਆਂ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਅੱਜ ਸਰਮਾਏਦਾਰ ਪਾਲਿਸੀਆਂ ਬਣਾ ਕੇ ਲਿਆ ਕੇ ਦੇ ਦਿੰਦੇ, ਉਹਦੇ ਨਾਲ ਤਾਂ ਸਰਮਾਏਦਾਰ ਵੱਡੇ ਬਣੀ ਜਾਂਦੇ ਆ, ਗਰੀਬ ਹੋਈ ਜਾਂਦਾ ਆ। ਤੋ ਇਹ ਪਾਲਿਸੀਆਂ ਇਹ ਵੀ ਇਹਨਾਂ ਦਾ ਵੀ ਇਹੀ ਹਾਲ ਆ, ਚਾਹੇ ਇਹ ਕੇਜਰੀਵਾਲ ਹੈਗਾ ਆ, ਚਾਹੇ ਭਗਵੰਤ ਮਾਨ ਹੈਗਾ ਆ, ਚਾਹੇ ਕੋਈ ਹੋਰ ਦੂਜਾ ਤੀਜਾ ਹੈਗਾ ਆ, ਪਾਲਿਸੀਆਂ ਉਹੀ ਆ। ਪਾਲਿਸੀਆਂ ਦੇ ਇੱਕ ਚੀਜ਼ ਮੈਂ ਫਾਈਨਲ ਕਰ ਦੇਵਾਂ ਵੀ ਪਾਲਿਸੀਆਂ ਤਾਂ ਉਹੀ ਚੀਜ਼ ਬਣਦੀਆਂ ਜਿਹੜੀਆਂ ਸਿਸਟਮ ਦੇ ਅੰਦਰ ਬਣੀਆਂ ਆ। ਸਿਸਟਮ ਕੀ ਕਦੇ ਕਿਸੇ ਨੇ ਦੇਖਿਆ ਵੀ ਅਸੀਂ ਸਿਸਟਮ ਨੂੰ ਚੇਂਜ ਕਰਕੇ ਦੇਖੀਏ? ਸਿਸਟਮ ਦੇ ਅੰਦਰ ਤਾਂ ਇਹ ਪਾਲਿਸੀਜ਼ ਬਣਦੀਆਂ ਆ। ਉਹ ਪਾਲਿਸੀ ਜਿਹੜੀਆਂ ਬਣਦੀਆਂ ਆ ਉਹ ਐਂਟੀ ਪੀਪਲ ਹੈਗੀਆਂ ਆ। ਜਦ ਐਂਟੀ ਪੀਪਲ ਪਾਲਿਸੀਆਂ ਹੈਗੀਆਂ ਆ ਤਾਂ ਸਰਮਾਏਦਾਰ ਤਾਂ ਆਪੇ ਹੀ ਫਾਇਦਾ ਉਠਾਉਣਗੇ, ਸਰਮਾਏਦਾਰ ਫਾਇਦਾ ਉਠਾਉਂਦੇ। ਸੋ ਇਸ ਕਰਕੇ ਅਸੀਂ ਕੋਈ ਆਦਮੀ ਇਸ ਵੇਲੇ ਦੇਖ ਲਓ, ਚਾਹੇ ਉਹ ਕੇਜਰੀਵਾਲ ਹੈਗਾ, ਚਾਹੇ ਭਗਵੰਤ ਮਾਨ ਹੈਗਾ, ਚਾਹੇ ਦੂਜੇ ਤੀਜੇ ਜਿਹੜੇ ਆਪ ਵੀ ਚੁੱਕੇ ਹੈਗੇ ਆ, ਕੋਈ ਆਦਮੀ ਇਹ ਨਹੀਂ ਗੱਲ ਕਰਦਾ ਕਿ ਸਿਸਟਮ ਕੀ ਸਾਡਾ, ਜੇ ਇਸ ਵਿੱਚ ਪਲ ਰਹੇ ਅਸੀਂ ਸਾਰੇ, ਸਿਸਟਮ ਦੀ ਦੇਣ ਕੀ ਆ ਸਾਨੂੰ। ਸੋ ਇਸ ਕਰਕੇ ਸਾਡੇ ਜ਼ਿਆਦਾਤਰ ਗੱਲਾਂ ਜਿਹੜੇ ਵੀ ਬੰਦਾ ਆਵੇ, ਕੋਈ ਸਰਕਾਰ ਕੋਈ ਆਵੇ, ਕੇਜਰੀਵਾਲ ਆਵੇ, ਦੂਜਾ ਆਵੇ, ਤੀਜਾ ਆਵੇ, ਪਰ ਅਸੀਂ ਸਿਸਟਮ ਦੀ ਗੱਲ ਤਾਂ ਕਰ ਲਈਏ। ਜਿਹੜਾ 17-75 ਸਾਲਾਂ ਦਾ ਸਿਸਟਮ ਸਾਡੇ ਵਿੱਚ ਪਲ ਰਿਹਾ ਆ, ਉਹਦੇ ਤਹਿਤ ਪਾਲਿਸੀਆਂ ਬਣ ਰਹੀਆਂ ਔਰ ਰਿਜ਼ਲਟ ਸਾਡੇ ਸਾਹਮਣੇ ਆ ਕਿ ਵੱਡੇ ਤੋਂ ਵੱਡੇ ਜਿਹੜੇ ਅਮੀਰ ਬੰਦੇ ਆ ਉਹ ਹੋਰ ਅਮੀਰ ਹੋਈ ਜਾਂਦੇ ਆ, ਗਰੀਬ ਉਹ ਤੋਂ ਗਰੀਬ ਹੋਈ ਜਾਂਦੇ ਆ। ਅਸੀਂ ਇਸ ਚੀਜ਼ ਦੇ ਉੱਤੇ ਕਦੀ ਪਹਿਰਾ ਨਹੀਂ ਦਿੰਦੇ ਹੈਗੇ। ਕੋਈ ਸਰਕਾਰ ਇਹ ਚੀਜ਼ ਨਹੀਂ ਮੰਨਦੀ ਹੈਗੀ ਕਿ ਵੱਡੇ ਅਮੀਰ ਬਣੀ ਜਾਂਦੇ ਆ। ਉਹ ਕਹਿੰਦੇ ਠੀਕ ਹੈ, ਕਿਉਂਕਿ ਇਹਦਾ ਮਕਸਦ ਇਹ ਹੈ, ਸਿੱਧਾ ਮਕਸਦ ਇਹ ਆ, ਆਪਾਂ ਵੀ ਸ਼ੁੱਡ ਅੰਡਰਸਟੈਂਡ ਆਲ ਥੀਸ ਥਿੰਗਸ। ਤੇ ਮਕਸਦ ਇਹ ਸਿੱਧਾ ਆ ਵੀ ਅਸੀਂ ਤੁਹਾਨੂੰ ਫਾਇਦਾ ਦੇਈਏ, ਤੁਸੀਂ ਸਾਨੂੰ ਇਲੈਕਸ਼ਨ 'ਚ ਫਾਇਦਾ ਦਿਓ, ਗੱਲ ਖਤਮ। ਇਹ ਦੋ ਲਾਈਨਾਂ ਦੇ ਵਿੱਚ ਗੱਲ ਖਤਮ ਹੋ ਜਾਂਦੀ ਹੈ। ਤੇ ਆਮ ਜਨਤਾ ਸਿਰਫ ਵੋਟਾਂ ਪਾਉਣ ਵਾਸਤੇ ਰਹਿ ਗਈ, ਹੋਰ ਤਾਂ ਉਹਨਾਂ ਨੂੰ ਕੋਈ ਕੰਮ ਨਹੀਂ ਹੈਗਾ। ਬਿਲਕੁਲ ਐਗਜ਼ੈਕਟਲੀ ਇਹੀ ਗੱਲ ਆ, ਵੋਟਾਂ ਤੱਕ ਹੀ ਸੀਮਤ ਆ। ਆਮ ਜਨਤਾ ਵੀ ਇੱਕ ਹੋਰ ਜਨਤਾ, ਇੱਕ ਸਾਡੇ ਨਾਲੋਂ ਵੀ ਜਿਹੜੇ ਥੱਲੇ ਆ ਨਾ, ਜਿਹੜੇ ਹੋਰ ਥੱਲੇ ਗਰੀਬੀ ਦੀ ਰੇਖਾ ਦੇ ਉੱਤੇ ਆ, ਉਹ ਪੈਸੇ ਲੈ ਕੇ ਵੋਟਾਂ ਦੇਣੀਆਂ, ਪੈਸੇ ਲੈ ਕੇ ਆਹ ਸਾਰਾ ਕੁਝ ਕਰਨਾ। ਜਿਹੜੀਆਂ ਰੈਲੀਆਂ ਹੁੰਦੀਆਂ ਤਾਂ ਵੱਡਾ ਮੀਡੀਆ ਨੇ ਵੀ ਵੱਡਾ ਚੱਕ ਦੇਣਾ, ਅਖਬਾਰਾਂ ਨੇ ਵੀ ਕਵੀਆਂ ਦੇਣੀਆਂ, ਉੱਥੇ 2 ਲੱਖ ਦੀ ਰੈਲੀ ਹੋ ਗਈ, ਉੱਥੇ 1 ਲੱਖ ਦੀ ਹੋ ਗਈ ਆ। ਹੁਣ ਪਤਾ ਨਹੀਂ ਹੈਗਾ ਆਪਾਂ ਲੋਕਾਂ ਨੂੰ ਕਿ ਉਹ ਕਿੱਥੋਂ ਆਏ, 1 ਲੱਖ ਲੋਕ ਕਿੱਥੋਂ ਆ ਗਏ ਆ। ਕੋਈ ਵਿਹਲੇ ਆ ਲੋਕ, 1 ਲੱਖ ਜਿਹੜੇ ਆ, 1 ਲੱਖ ਨੂੰ ਜੇ ਤਾਂ ਜਿੰਨਾ ਵੀ ਪੈਸਾ ਕਿਸੇ ਨੂੰ 500, 700, 1000 ਰੁਪਇਆ ਦੇ ਕੇ ਤੁਸੀਂ ਲਈ ਆਉਨੇ ਆ, ਉਹ ਸਾਨੂੰ ਬੁੱਧੂ ਬਣਾਈ ਜਾਂਦੇ ਲੋਕਾਂ ਨੂੰ, ਇੰਨੀ ਵੱਡੀ ਹੋ ਗਈ ਰੈਲੀ। ਹੁਣ ਦੇਖੋ ਤੁਸੀਂ, ਜਸਟ ਐਗਜ਼ਾਮਪਲ ਦੂੰਗਾ ਮੈਂ ਬੰਗਾਲ ਦੀ। ਬੰਗਾਲ ਦੇ ਵਿੱਚ ਇਲੈਕਸ਼ਨਾਂ ਹੋਈਆਂ, ਸਾਰੇ ਬੀਜੇਪੀ ਦੀ ਸਾਰੀ ਜਿੰਨੀ ਵੀ ਇਨਫਰਾਸਟ੍ਰਕਚਰ ਸੀਗਾ ਸਾਰਾ ਲਾਤਾ, ਰਾਈਟ ਫਰੋਮ ਪ੍ਰਧਾਨ ਮੰਤਰੀ ਟੂ ਡਾਊਨਵਰਡ ਸਾਰਾ ਲਾਤਾ, ਹਾਰ ਕੇ ਆ ਗਏ। ਤੋ ਇਸ ਕਰਕੇ ਕਿਤੇ ਉਹ ਸਾਰਾ ਹੀ ਜਿਹੜਾ ਢਾਂਚਾ ਆ, ਜਿਨ੍ਹਾਂ ਚ ਲੋਕਾਂ ਦੇ ਵਿੱਚ ਨਹੀਂ ਜਾਂਦੇ, ਜੜ੍ਹਾਂ ਵਿੱਚ ਲੋਕਾਂ ਦੇ ਵਿੱਚ ਨਹੀਂ ਵੜਦੇ ਪਏ, ਲੋਕਾਂ ਦੇ ਜਿਹੜੇ ਗਰੀਬੀ ਆ, ਖਾਸ ਕਰਕੇ ਗਰੀਬੀ ਦੇ ਵਿੱਚ। ਹਾਂ, ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਆ ਵੀ ਜਿੰਨੇ ਵੀ ਸਾਡੇ ਅੰਕੜੇ ਆ ਰਹੇ ਆ, ਜਿਹੜੇ 8 ਸਾਲਾਂ ਦੇ ਅੰਕੜੇ ਆਏ ਆ ਸਾਰੇ ਓਵਰਆਲ, ਚਾਹੇ ਉਹ ਡੈਮੋਕ੍ਰੇਸੀ ਦਾ ਹੈ, ਚਾਹੇ ਹਿਊਮਨ ਰਾਈਟਸ ਦਾ ਹੈਗਾ ਆ, ਚਾਹੇ ਕਿਸੇ ਹੋਰ ਦਾ ਵੀ ਹੈਗਾ ਆ, ਚਾਹੇ ਇਕਨੋਮਿਕਸ ਦਾ ਹੈਗਾ, ਚਾਹੇ GDP ਦਾ ਹੈਗਾ ਆ, ਸਾਰੇ ਹੀ ਅੰਕੜੇ ਔਰ ਸਾਰੇ ਅਗੇਂਸਟ ਆ ਹਿੰਦੁਸਤਾਨ ਦੇ। ਜਿੰਨੀਆਂ ਵੀ ਅਸੀਂ ਤੁਸੀਂ ਵੀ ਦੇਖੇ ਹੋਣੇ ਆ, ਮੇਰੇ ਕੋਲ 8-10 ਮੈਂ ਲਿਆਇਆ ਤਾਂ ਹੈ ਨਹੀਂਗਾ, 8-10 ਅੰਕੜੇ ਪਏ ਆ ਜਿਹੜੇ 8 ਸਾਲਾਂ ਦਾ ਅਸੀਂ ਜੇ ਰਿਵਿਊ ਕਰੀਏ ਸੈਂਟਰਲ ਗਵਰਨਮੈਂਟ ਦਾ, ਉਹੀ ਇਫੈਕਟ ਕਰਦੀ ਹੈ ਥੱਲੇ ਸਟੇਟਾਂ ਦੇ ਉੱਤੇ, ਚਾਹੇ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ, ਉਹੀ ਸਟੇਟ ਦੇ ਉੱਤੇ ਹੁੰਦੀ ਆ। ਚਾਹੇ ਉਹ ਡੈਮੋਕ੍ਰੇਸੀ ਸੀਗੀ, ਚਾਹੇ ਹਿਊਮਨ ਰਾਈਟ ਸੀਗੇ, ਚਾਹੇ ਕੋਈ ਭੁੱਖਮਰੀ ਸੀਗੀ। ਹੰਗਰ ਇੰਡੈਕਸ ਸਾਡਾ ਕੀ ਕਹਿੰਦਾ ਆ, ਇੰਨੀ ਕਣਕ ਦੇ ਹੁੰਦੇ ਹੋਇਆ ਵੀ ਸਾਡਾ ਹੰਗਰ ਇੰਡੈਕਸ ਕੀ ਕਹਿ ਰਿਹਾ ਹੈ। ਤੋ ਇਸ ਕਰਕੇ ਜੇ ਤਾਂ ਲੋਕਾਂ ਦੇ ਵਿੱਚ ਅਸੀਂ ਗਏ ਹੋਈਏ ਤਾਂ ਸਾਡੀ ਕੋਈ ਪ੍ਰੋਸਪੈਰਿਟੀ ਵੀ ਹੋਵੇ, ਸਾਨੂੰ ਪ੍ਰੋਸਪੈਰਿਟੀ ਨਜ਼ਰ ਵੀ ਆਉਂਦੀ ਹੋਵੇ, ਔਰ ਲੋਕਾਂ ਨੂੰ ਵੀ ਹੋਵੇ, ਵੱਡੇ ਜਿਹੜੇ ਐਜੂਕੇਟਡ ਲੋਕ ਨੇ ਜਾਂ ਐਕਸਪਰਟਸ ਨੇ ਸਾਡੇ, ਉਹਨਾਂ ਨੂੰ ਵੀ ਨਜ਼ਰ ਹੋਵੇ। ਹੁਣ ਆਪਣੇ ਹਿਸਾਬ ਦੇ ਨਾਲ ਚਲੋ ਠੀਕ ਆ, ਜਿਨ੍ਹਾਂ ਦੀ ਕੋਈ ਲਗਨ ਹੈਗੀ ਆ, ਜਿੱਥੇ ਹੈਗੀ, ਜਿੱਥੇ ਕੋਈ ਆਈਡੀਓਲੋਜੀ ਹੈਗੀ ਆ, ਉਸ ਤਰ੍ਹਾਂ ਭਾਵੇਂ ਆਪਣੇ ਸੋਚਦੇ ਆ ਲੋਕ, ਪਰ ਅਦਰਵਾਈਜ਼ ਪਿਕਚਰ ਇਜ਼ ਕੁਆਇਟ ਡਿਸਮਿਲ। ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਇਲੈਕਸ਼ਨਸ ਦੇ ਵਿੱਚ ਆਉਣ ਵਾਸਤੇ, ਵੋਟਾਂ ਦੇ ਵਿੱਚ ਜਿੱਤਣ ਵਾਸਤੇ ਪੈਸੇ ਵੀ ਚੱਲਦੇ ਨੇ, ਹੋਰ ਵੀ ਕਈ ਲਾਲਚ ਚੱਲਦੇ ਨੇ। ਔਰ ਇੱਕ ਤਾਂ ਸਰੇਆਮ ਜਿਹੜਾ ਮੈਨੀਫੈਸਟੋ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਇਹਨਾਂ ਨੂੰ ਸਾਰਿਆਂ ਨੂੰ 1-1000 ਰੁਪਇਆ ਸਾਰੀਆਂ ਲੇਡੀਜ਼ ਨੂੰ ਦੇਵਾਂਗੇ, ਔਰ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਿਜਲੀ ਦਾ 300 ਤੋਂ 600 ਯੂਨਿਟ ਸਾਰਾ ਮੁਫਤ ਦੇਵਾਂਗੇ। ਸੋ ਤੁਹਾਡੇ ਕੋਲ ਇਹ ਕੈਲਕੂਲੇਸ਼ਨਸ ਹੀ ਨਹੀਂ ਹੈਗੀਆਂ ਕਿ ਜਿਹੜਾ ਇਹ ਘਾਟਾ ਪਏਗਾ
ਸਾਡੇ ਖਜ਼ਾਨੇ ਨੂੰ, ਸਟੇਟ ਐਕਸਚੈਕਰ ਤੇ ਜਿਹੜਾ ਇਹ ਬੋਝ ਪਏਗਾ, ਜਿਹੜੀਆਂ ਸਬਸਿਡੀਆਂ ਦਿੰਦੇ ਪਏ ਹੋ, ਉਹ ਘਾਟਾ ਪੂਰਾ ਕਿਵੇਂ ਕਰਨਾ, ਸੋਰਸ ਕਿੱਥੋਂ ਲਿਆਉਣੇ ਨੇ, ਉਹ ਵੀ ਤੁਹਾਡੇ ਕੋਲ ਕੈਲਕੂਲੇਸ਼ਨਸ ਨਹੀਂ ਹੈ। ਤੁਸੀਂ ਕਰਜ਼ੇ ਲੈ ਕੇ ਤਨਖਾਹਾਂ ਦੇ ਰਹੇ ਹੋ, ਕਰਜ਼ੇ ਲੈ ਕੇ ਸਬਸਿਡੀਆਂ ਦੇ ਰਹੇ ਹੋ, ਕਰਜ਼ੇ ਲੈ ਕੇ ਤੁਸੀਂ ਪੈਨਸ਼ਨਸ ਦੇ ਰਹੇ ਹੋ, ਔਰ ਇਹ ਸਾਰੀਆਂ ਜਿਹੜੀਆਂ ਫ੍ਰੀ ਬੀਜ਼ ਪੋਲਿਟਿਕਸ ਦੀਆਂ ਤੁਸੀਂ ਸਾਰੀਆਂ ਗੇਮਸ ਖੇਡਦੇ ਹੋ ਮੈਨੀਫੈਸਟੋ ਦੇ ਵਿੱਚ, ਉਹ ਵੀ ਸਾਰਾ ਕਰਜ਼ਾ ਲੈ ਕੇ ਕਰਦੇ ਪਏ ਹੋ। ਤੁਹਾਡੇ ਕੋਲ ਕੋਈ ਸੋਰਸ ਨਹੀਂ ਕਿ ਤੁਸੀਂ ਕਿੱਥੋਂ ਇਨਕਮ ਲੈ ਕੇ ਆਉਣੀ ਹੈ। ਔਰ ਅਸੀਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਜ਼ਾਹਿਰ ਤੌਰ ਤੇ ਕਰਨਾ ਚਾਹਾਂਗੇ ਕਿ ਅਸੀਂ ਕੋਈ ਨਿਰਾਸ਼ਾਵਾਦੀ ਨਹੀਂ ਹਾਂ, ਪਰ ਅੱਗੇ ਬਿੱਲੀ ਬੈਠੀ ਹੋਵੇ ਤੇ ਕਬੂਤਰ ਵਾਕਣ ਅੱਖਾਂ ਮੀਚ ਕੇ ਬੈਠ ਜਾਈਏ ਕਿ ਬਿੱਲੀ ਹੈ ਹੀ ਨਹੀਂ, ਅਸੀਂ ਉਹ ਵੀ ਨਹੀਂ ਹਾਂ। ਅਸੀਂ ਨਿਰਾਸ਼ਾਵਾਦੀ ਨਹੀਂ ਹਾਂ, ਅਸੀਂ ਆਸ਼ਾਵਾਦੀ ਹਾਂ। ਔਰ ਇਸੇ ਆਸ ਦੇ ਉੱਤੇ ਇਹ ਸਾਰਾ ਪਲੇਟਫਾਰਮ ਸਾਡਾ ਗੱਲਬਾਤ ਕਰਦਾ ਹੈ ਕਿ ਕਿਉਂ ਨਾ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਉਹੀ ਰੂਪ ਰੇਖਾ ਦਈਏ ਜੋ ਅਸੀਂ ਦੇਣਾ ਚਾਹੁੰਦੇ ਹਾਂ, ਜੋ ਸਾਡੇ ਸ਼ਹੀਦਾਂ ਦੇ, ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨੇ ਨੇ। ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਖੋਸਲਾ ਸਾਹਿਬ? ਹਾਂ, ਤੁਸੀਂ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਹੀ, ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ, ਬਸ ਅੱਧਾ ਕਮੈਂਟ ਸ਼ਾਇਦ ਲਊਂਗਾ ਜੀ। ਦੇਖੋ, ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿਉਂ ਸ਼ਹੀਦੀ ਦਿੱਤੀ ਸੀ, ਆਪਾਂ ਇਹ ਚੀਜ਼ ਦੇਖ ਲਈਏ। ਸ਼ਹੀਦ ਆਜ਼ਮ ਭਗਤ ਸਿੰਘ ਨੇ ਸ਼ਹੀਦੀ ਦਿੱਤੀ ਸੀ ਕਿ ਦੋ ਉਹਨਾਂ ਨੇ ਨਾਅਰੇ ਲਾਏ ਸੀ, ਇਨਕਲਾਬ ਜਿੰਦਾਬਾਦ। ਇਨਕਲਾਬ ਦਾ ਮਤਲਬ ਸੀ ਚੇਂਜ ਕਿੱਦਾਂ ਦੀ? ਉਹ ਐਕਸਪਲੋਇਟੇਸ਼ਨ ਤੋਂ ਦੁਖੀ ਸੀਗੇ ਉਹ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਦੂਜੇ ਤੀਜੇ ਸਾਰੇ ਜਿਹੜੇ ਸੀਗੇ ਲੋਕਾਂ ਨੂੰ, ਜਿਨ੍ਹਾਂ ਨੇ ਫਾਂਸੀ ਦੇ ਝੰਡੇ ਤੇ ਸਮਝ ਲਈ ਵੀ ਆਪਣੇ ਚੁੰਮ ਕੇ ਫਾਂਸੀ ਦਾ ਝੰਡਾ ਚੁੰਮਿਆ, ਤੇ ਉਹ ਐਕਚੁਅਲੀ ਉਹ ਲੋਕਾਂ ਦਾ ਫਾਇਦਾ ਚਾਹੁੰਦੇ ਸੀਗੇ। ਹੁਣ ਭਗਵੰਤ ਮਾਨ ਨੇ ਲਈ ਤਾਂ ਉੱਥੇ ਜਾ ਕੇ ਜਿਹੜੀ ਓਥ ਆ ਆਪਣੇ ਸ਼ਹੀਦੀ ਹਾਂਜੀ ਖਟਕੜ ਕਲਾਂ, ਜਦ ਜਿੱਦਣ ਉਸ ਲਈ ਆ। ਹੁਣ ਉਹਨਾਂ ਦਾ ਜਿਹੜਾ ਵਿਚਾਰ ਸੀਗਾ, ਜਾਂ ਉਹਨਾਂ ਦਾ ਜਿਹੜਾ ਰੈਵੋਲੂਸ਼ਨ ਸੀਗਾ, ਜਾਂ ਉਹਨਾਂ ਦੀ ਥਿਊਰੀ ਸੀਗੀ, ਜਾਂ ਪ੍ਰੈਕਟਿਸ ਸੀਗੀ, ਕੀ ਉਹ ਅਸੀਂ ਮੰਨ ਗਏ? ਕਿੱਥੇ ਸਾਨੂੰ ਠੱਗੀ ਹੋ ਰਹੀ? ਸਿੱਧੋ ਸਿੱਧੀ ਠੱਗੀ ਨਹੀਂ ਹੈਗੀ। ਕੌਣ ਨਹੀਂ ਜਾਣਦਾ ਵੀ ਭਗਤ ਸਿੰਘ ਦਾ, ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਮੋਟਿਵ ਕੀ ਸੀਗਾ? ਫਾਂਸੀ ਤੇ ਲੱਗ ਗਏ, ਉਹ ਮੋਟਿਵ ਕੀ ਸੀਗਾ ਉਹਨਾਂ ਦਾ? ਇੱਥੇ ਰੈਵੋਲੂਸ਼ਨ ਲਿਆਉਣਾ ਸੀਗਾ। ਰੈਵੋਲੂਸ਼ਨ ਲੋਕਾਂ, ਪਹਿਲੀ ਗੱਲ ਸੀ ਉਹਨਾਂ ਦੀ ਐਕਸਪਲੋਇਟੇਸ਼ਨ ਮੈਨ ਹੱਥੋਂ ਮੈਨ ਦੀ ਐਕਸਪਲੋਇਟੇਸ਼ਨ ਬੰਦ ਹੋਵੇ, ਪਹਿਲੀ ਗੱਲ ਉਹਨਾਂ ਦੀ ਇਹ ਸੀ। ਲੇਕਿਨ ਇੱਥੇ ਕੀ ਆ, ਭਗਵੰਤ ਮਾਨ ਦੇ ਕੱਲ ਪਰਸੋਂ ਲਾਠੀਆਂ ਚੱਲੀਆਂ ਉਹਨਾਂ ਦੀ, ਜਿੱਥੇ ਰੈਲੀਆਂ ਹੋ ਰਹੀਆਂ ਸੀਗੀਆਂ, ਉੱਥੇ ਮਜ਼ਦੂਰ ਵੀ ਸੀਗੇ, ਕਿਸਾਨ ਵੀ ਸੀਗੇ, ਸਭ ਦੇ ਲਾਠੀਆਂ ਚੱਲੀਆਂ। ਇਹ ਆਈਡੀਆ ਨਹੀਂ ਸੀਗਾ ਸ਼ਹੀਦ ਆਜ਼ਮ ਭਗਤ ਸਿੰਘ ਦਾ। ਇਹ ਤਾਂ ਠੱਗੀ ਠੋਰੀ ਕਰਨ ਵਾਲੇ ਆ, ਉਹਨਾਂ ਦੇ ਨਾਂ ਦੇ ਥੱਲੇ ਉਹਨਾਂ ਦੀ ਸ਼ੈਲਟਰ ਲੈ ਕੇ ਠੱਗੀ ਠੋਰੀ ਕਰਨੀ ਚਾਹੁੰਦੇ ਆ। ਵੀ ਉਹਨਾਂ ਦਾ ਜਿਹੜਾ ਜੀ, ਉਹਨਾਂ ਦਾ ਮਕਸਦ ਜਿਹੜਾ ਸੀਗਾ ਉਹ ਦੈਟ ਵਾਸ ਆਲ ਟੂਗੇਦਰ ਡਿਫਰੈਂਟ। ਹੁਣ ਦਾ ਜਿਹੜਾ ਮਕਸਦ ਆ ਆਲ ਟੂਗੇਦਰ ਕੰਟਰੇਰੀ ਟੂ देयर ਵਿਊਜ਼। ਬਿਲਕੁਲ ਸਹੀ ਗੱਲ ਹੈ, ਕਿਉਂਕਿ ਅਸੀਂ ਇਹ ਆਸ ਕਰਦੇ ਹਾਂ ਕਿ ਜਦੋਂ ਮਾਨ ਸਾਹਿਬ ਆਪਣੇ ਪਿੱਛੇ ਚਿੱਤਰ ਲਗਾਉਂਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਔਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ, ਤੇ ਉਹਨਾਂ ਨੇ ਕਿਹਾ ਕੀ ਹੈ ਕਰਨ ਵਾਸਤੇ, ਉਹ ਵੀ ਅਸੀਂ ਤਵੱਕੋ ਕਰਦੇ ਹਾਂ ਕਿ ਉਹੀ ਕਰੇ ਸਰਕਾਰ ਜੋ ਚਿੱਤਰ ਲਗਾਉਂਦੀ ਹੈ, ਉਹਨਾਂ ਦੀ ਫਿਲਾਸਫੀ, ਉਹਨਾਂ ਦੀ ਆਈਡੀਓਲੋਜੀ, ਉਹਨਾਂ ਦੀ ਸਿੱਖਿਆ ਉੱਤੇ ਚੱਲੇ ਸਰਕਾਰ। ਜੀ ਖੋਸਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਸ ਵਿਸ਼ੇ ਦੇ ਉੱਤੇ ਤੁਸੀਂ ਸਾਡੇ ਨਾਲ ਸਮਾਂ ਕੱਢ ਕੇ ਚਰਚਾ ਕੀਤੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਖੰਨਾ ਸਾਹਿਬ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ।